मेरा गुण अवगण न विचारो कोई। माटी का किया तो पै स्वामी, मानस की गत एही। वाहिगुरु साहिब जियो कन हर बूंद बसोरो मावल, कुसुम बसंत गनंत न आवे। रव सस किरण उदर सागर को, गंग तरंग अंत को पावे। रुद्र त्यान ज्ञान सतगुर के, कब जन पल उन्हें जो गावे। भले अमरदास गुण तेरे, तेरी उपमा तोहे बन आवे। भले अमरदास गुण तेरे, तेरी उपमा तोहे बन आवे। परम सन्मानयोग जुगो जुग अटल चवर छत्र तखत दी मालक ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵਡਭਾਗੇ ਹੋ ਸਾਹਿਬਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕਰਕੇ ਅੰਮ੍ਰਿਤਮਈ ਪਾਵਨ ਬਾਣੀ ਦਾ ਰਸ ਪੀਨਾ ਕੀਰਤਨ ਸ਼ਰਵਣ ਕਰ ਰਹੇ ਸੀ ਤੇ ਆਪਣੀ ਜੀਵਨ ਦੀਆਂ ਮੌਲਿਕ ਘੜੀਆਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਸੀ। ਅੱਜ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਸਿੱਖ ਜਗਤ ਵਿੱਚ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਉਸੇ ਸੰਬੰਧ ਵਿੱਚ ਆਪਾਂ ਗੁਰਮਤਿ ਵਿਚਾਰ ਸਾਂਝੇ ਕਰਨੇ ਹਨ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਲਵਾਈਏ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਟ ਸਾਹਿਬਾਨਾਂ ਦੀ ਪਵਿੱਤਰ ਬਾਣੀ ਦੇ ਵਿੱਚੋਂ ਗੁਰੂ ਉਸਤਤ ਕਰਦਿਆਂ ਹੋਇਆਂ ਭੱਟ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਵਡਿਆਈ ਕਰਦਿਆਂ ਹੋਇਆਂ ਇਹ ਪਾਵਨ ਸਵਈਆ ਉਚਾਰਨ ਕਰਦੇ ਹੋਏ ਕਹਿ ਰਹੇ ਨੇ, ਕਨ ਹਰ ਬੂੰਦ ਬਸੋਰੋ ਮਾਵਲ, ਕੁਸਮ ਬਸੰਤ ਗਨੰਤ ਨ ਆਵੇ। ਕਹਿੰਦੇ ਨੇ ਬਦਲਾਂ ਦੀਆਂ ਬੂੰਦਾਂ, ਉਹਨਾਂ ਦੀ ਗਿਣਤੀ ਵਨਸਪਤੀ ਤੇ ਫਿਰ ਬਸੰਤ ਰੁੱਤ ਦੇ ਵਿੱਚ ਉਗਣ ਵਾਲੇ ਜਿਤਨੇ ਫੁੱਲ ਹਨ ਉਹਨਾਂ ਨੂੰ ਗਿਣਨਾ ਔਖਾ ਹੈ। ਕਨ ਹਰ ਬੂੰਦ ਬਸੋਰੋ ਮਾਵਲ, ਕੁਸਮ ਬਸੰਤ ਗਨੰਤ ਨ ਆਵੇ। ਫਿਰ ਕਹਿੰਦੇ ਰਵ ਸਸ ਕਿਰਨ ਉਦਰ ਸਾਗਰ ਕੋ, ਸੂਰਜ ਅਤੇ ਚੰਦਰਮਾ ਦੀਆਂ ਕਿਰਨਾਂ ਨੂੰ ਗਿਣਨਾ ਵੀ ਔਖਾ ਹੈ। ਤੇ ਸਮੁੰਦਰ ਦੇ ਪੇਟ ਅਤੇ ਗੰਗਾ ਦੀਆਂ ਲਹਿਰਾਂ ਠਿੱਲਾਂ ਦਾ ਅੰਤ ਕੌਣ ਪਾ ਸਕਦਾ ਹੈ। ਕਨ ਹਰ ਬੂੰਦ ਬਸੋਰੋ ਮਾਵਲ, ਕੁਸਮ ਬਸੰਤ ਗਨੰਤ ਨ ਆਵੇ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ। ਫਿਰ ਅੱਗੇ ਕਹਿੰਦੇ ਰੁਦਰ ਧਿਆਨ ਗਿਆਨ ਸਤਿਗੁਰ ਕੈ, ਕਬ ਜਨ ਭਲ ਉਹਨੇ ਜੋ ਗਾਵੇ। ਭੱਟ ਭਲ ਜੀ ਕਹਿ ਰਹੇ ਨੇ ਕਿ ਸ਼ਿਵ ਜੀ ਵਾਲੀ ਅਡੋਲ ਸਮਾਧੀ ਲਾ ਕੇ ਸਤਿਗੁਰ ਜੀ ਦੇ ਗਿਆਨ ਦੇ ਦੁਆਰਾ ਕੋਈ ਇਹਨਾਂ ਚੀਜ਼ਾਂ ਨੂੰ ਵਰਣਨ ਕਰ ਸਕਦਾ ਹੈ, ਗਿਣ ਸਕਦਾ ਹੈ। ਫਿਰ ਅੱਗੇ ਕਹਿੰਦੇ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੀ ਬਣ ਆਵੇ। ਪਰ ਭੱਲਿਆਂ ਦੀ ਕੁੱਲ ਵਿੱਚੋਂ
ਜਨਮ ਲੈਣ ਵਾਲੇ ਗੁਰੂ ਅਮਰਦਾਸ ਪਾਤਸ਼ਾਹ ਜੀ, ਤੇਰੇ ਗੁਣਾਂ ਨੂੰ ਕੋਈ ਨਹੀਂ ਵਰਣਨ ਕਰ ਸਕਦਾ। ਤੈਨੂੰ ਵਰਣਨ ਕਰਨਾ ਔਖਾ ਹੈ, ਕਿਉਂਕਿ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਫਿਰ ਵੀ ਆਪਾਂ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਜੀਵਨ ਦੇ ਵਿੱਚੋਂ ਉਹਨਾਂ ਦੀ ਬਾਣੀ ਦੀ ਵਿਚਾਰ ਕਰਕੇ, ਉਹਨਾਂ ਦੇ ਜੀਵਨ ਦੀ ਵਿਚਾਰ ਕਰਕੇ ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕਰਾਂਗੇ। ਉਹਨਾਂ ਦੇ ਗੁਣ ਤੇ ਨਹੀਂ ਕੋਈ ਬਿਆਨ ਕਰ ਸਕਦਾ, ਉਹਨਾਂ ਦੇ ਜੀਵਨ ਨੂੰ ਕੋਈ ਵਰਣਨ ਤਾਂ ਨਹੀਂ ਕਰ ਸਕਦਾ, ਪਰ ਫਿਰ ਵੀ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੀਬ, ਉਹਨਾਂ ਦੇ ਜੀਵਨ ਨੂੰ ਵਾਚ ਕੇ ਵਿਚਾਰ ਕੇ ਆਪਾਂ ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕਰਨਾ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ, ਜਿਨ੍ਹਾਂ ਦਾ ਜਨਮ ਬਾਸਰਕੇ ਦੀ ਧਰਤੀ ਤੇ 1479 ਨੂੰ ਹੋਇਆ ਹੈ। ਗੁਰੂ ਅਮਰਦਾਸ ਮਹਾਰਾਜ ਜੀ 10 ਸਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਛੋਟੇ ਨੇ। 1469 ਦਾ ਜਨਮ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ ਪ੍ਰਕਾਸ਼, ਤੇ 1479 10 ਸਾਲ ਪਿੱਛੇ ਬਾਬਾ ਅਮਰਦਾਸ ਜੀ ਦਾ ਜਨਮ ਹੁੰਦਾ ਹੈ। ਤੇ ਇਹ 4 ਭਰਾ ਸਨ ਘਰ ਦੇ ਵਿੱਚੋਂ। ਸਭ ਤੋਂ ਵੱਡੇ ਸਨ ਬਾਬਾ ਅਮਰਦਾਸ ਜੀ, ਛੋਟੇ ਈਸ਼ਰਦਾਸ ਜੀ ਨੇ, ਤੀਸਰੇ ਨੰਬਰ ਤੇ ਖੇਮ ਰਾਏ ਜੀ ਨੇ, ਚੌਥੇ ਨੰਬਰ ਤੇ ਮਾਣਕ ਚੰਦ ਜੀ ਨੇ। ਈਸ਼ਰਦਾਸ ਜੀ ਦੇ ਸੁਪੁੱਤਰ ਪਤਾ ਕੌਣ ਨੇ? ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬੀੜ ਇਹ ਲਿਖੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਜਿਨ੍ਹਾਂ ਕੋਲ ਇਹ ਸੇਵਾ ਲਈ। ਪੰਥ ਦੇ ਮਹਾਨ ਗੁਰੂ ਘਰ ਦੇ ਉੱਚ ਕੋਟੀ ਦੇ ਫਿਲਾਸਫਰ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ, ਉਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਭਤੀਜੇ ਨੇ, ਈਸ਼ਰਦਾਸ ਜੀ ਦੇ ਸੁਪੁੱਤਰ ਨੇ। ਤੇ ਖੇਮ ਰਾਏ ਜੋ ਤੀਸਰੇ ਨੰਬਰ ਤੇ ਉਹਨਾਂ ਦੇ ਭਰਾ ਨੇ ਗੁਰੂ ਅਮਰਦਾਸ ਮਹਾਰਾਜ ਜੀ, ਤੇ ਉਹਨਾਂ ਦਾ ਪੁੱਤਰ ਹੈ ਸਾਵਨਮਲ, ਜਿਹਨੂੰ ਹਰੀਕੇ ਰਿਆਸਤ ਵਿੱਚੋਂ ਲੱਕੜਾਂ ਲੈਣ ਵਾਸਤੇ ਭੇਜਿਆ ਸੀ ਤੇ ਕੁਝ ਅਧਿਆਤਮਿਕ ਬਰਕਤਾਂ ਦੇ ਕੇ ਭੇਜਿਆ ਸੀ, ਬਖਸ਼ਿਸ਼ਾਂ ਦੇ ਕੇ ਭੇਜਿਆ ਸੀ। ਤੇ ਚੌਥੇ ਨੰਬਰ ਤੇ ਆਉਂਦੇ ਨੇ ਮਾਣਕ ਚੰਦ, ਤੇ ਮਾਣਕ ਚੰਦ ਦਾ ਪੁੱਤਰ ਹੈ ਭਾਈ ਜੱਸੂ, ਤੇ ਭਾਈ ਜੱਸੂ ਜੀ ਵਿਆਹੇ ਹੋਏ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਘਰ। ਉਹਨਾਂ ਦੇ ਜਵਾਈ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੁਪੁੱਤਰੀ ਬੀਬੀ ਅਮਰੋ ਜੀ। ਮਾਣਕ ਚੰਦ ਦੀ ਨੂੰਹ ਹੈ ਤੇ ਜੱਸੂ ਦੀ ਧਰਮ ਸਪਤਨੀ ਹੈ। ਇਹ ਪਰਿਵਾਰ ਹੈ ਗੁਰੂ ਅਮਰਦਾਸ ਮਹਾਰਾਜ ਜੀ ਦਾ, ਤੇ ਸਭ ਤੋਂ ਵੱਡੇ ਨੇ। ਤੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਵਿਆਹ ਦੂਜੇ ਭਰਾਵਾਂ ਦੇ ਨਾਲੋਂ ਬਾਅਦ ਵਿੱਚ ਹੋਇਆ ਹੈ। ਉਹ ਵੀ ਪਰਿਵਾਰ ਵਾਲਿਆਂ ਨੇ ਸਮਝਾਇਆ, ਕਿਉਂਕਿ ਬਚਪਨ ਤੋਂ ਧਾਰਮਿਕ ਰੁਚੀਆਂ ਸਨ। ਰੱਬ ਨੂੰ ਮਿਲਣ ਦੀ ਤਾਂਘ ਸੀ, ਰੱਬ ਦੀ ਪ੍ਰਾਪਤੀ ਦੀ ਮਨਸ਼ਾ ਸੀ, ਇੱਛਾ ਸੀ, ਤੜਫ ਸੀ, ਤੇ ਗ੍ਰਸਤ ਵਿੱਚ ਨਹੀਂ ਸੀ ਪੈਣਾ ਚਾਹੁੰਦੇ। ਇਹਨਾਂ ਨੂੰ ਜੰਜਾਲ ਸਮਝਦੇ ਸਨ। ਫਿਰ ਵੀ ਕੁੱਲ ਵਾਲਿਆਂ ਨੇ, ਪਰਿਵਾਰ ਵਾਲਿਆਂ ਨੇ ਸਮਝਾਇਆ, ਤੇ 28 ਸਾਲਾਂ ਦੀ ਉਮਰ ਦੇ ਵਿੱਚ ਜਾ ਕੇ ਇਹਨਾਂ ਦਾ ਵਿਆਹ ਹੁੰਦਾ ਹੈ। ਬਲਕਿ ਉਹਨਾਂ ਦਿਨਾਂ ਦੇ ਵਿੱਚ 13, 14, 15 ਹੱਦ ਇੱਥੋਂ ਤੱਕ ਬੱਚੇ ਦਾ ਵਿਆਹ ਕਰ ਦਿੱਤਾ ਜਾਂਦਾ ਸੀ। ਬਚਪਨ ਤੋਂ ਹੀ ਧਾਰਮਿਕ ਰੁਚੀਆਂ ਵਾਲੇ ਸਨ, ਤੇ ਗੁਰਮੁਖੋ ਦਾਨੀ ਸੁਭਾਅ ਦੇ ਸਨ। ਉਹਨਾਂ ਨੇ ਜੋ ਘਰ ਦੇ ਵਿੱਚ ਜੋ ਸਨਾਤਨ ਮਤ ਮੁਤਾਬਕ ਜੋ ਧਰਮ ਦੇ ਕਰਮ ਕੀਤੇ ਜਾਂਦੇ ਸਨ, ਜੋ ਪੂਜਾ ਪਾਠ ਦੇਵੀ ਦੇਵਤਿਆਂ ਦੀ ਆਰਾਧਨਾ ਕੀਤੀ ਜਾਂਦੀ ਸੀ, ਉਹ ਕਰਦੇ ਸਨ। ਤੇ ਆਏ ਗਏ ਸਾਧੂ ਨੂੰ ਭੋਜਨ ਛਕਾਣਾ, ਇਹ ਉਹਨਾਂ ਦੀਆਂ ਰੁਚੀਆਂ ਸਨ। ਪਰ ਗੁਰੂ ਕੀ ਬਾਣੀ ਐਸਾ ਕਹਿੰਦੀ ਹੈ, ਜਦੋਂ ਤੱਕ ਜੀਵਨ ਦੇ ਅੰਦਰ ਕੋਈ ਪੁਰਬਲਾ ਕਰਮ ਅੰਕੁਰਿਤ ਨਹੀਂ ਹੁੰਦਾ, ਉਹਨਾਂ ਚਿਰ ਮਨੁੱਖ ਆਪਣੀ ਮੰਜ਼ਿਲ ਵੱਲ ਨਹੀਂ ਤੁਰਦਾ। ਤੇ ਜਦੋਂ ਉਹ ਪੁਰਬਲਾ ਕਰਮ ਕੋਈ ਅੰਕੁਰਿਤ ਬੀਜ ਫੁੱਟਦਾ ਹੈ, ਉਦੋਂ ਹੀ ਬੰਦਾ ਆਪਣੀ ਮੰਜ਼ਿਲ ਵੱਲ, ਰੱਬ ਵੀ ਵਿਧ ਬਣਾ ਦਿੰਦਾ ਹੈ, ਉਹਨੂੰ ਉਸ ਪਾਸੇ ਤੋਰ ਦਿੰਦਾ ਹੈ, ਉਹਨੂੰ ਉਸ ਪਾਸੇ ਲੈ ਜਾਂਦਾ ਹੈ। ਸੋ ਭਾਵਾਂ ਕਿ ਇਹ ਸਨਾਤਨ ਮਤ ਦੇ ਮੁਤਾਬਕ ਧਰਮ ਦੇ ਕਰਮ ਕਰਦੇ ਸਨ। ਘਰ ਦੇ ਵਿੱਚ ਜਦੋਂ ਗ੍ਰਸਤ ਜੀਵਨ ਵਿੱਚ ਆਏ ਨੇ, ਮਾਲਕ ਨੇ 4 ਔਲਾਦਾਂ ਬਖਸ਼ਿਸ਼ ਕੀਤੀਆਂ ਨੇ, ਜਿਹਦੇ ਵਿੱਚੋਂ 2 ਪੁੱਤਰ ਨੇ, ਮੋਹਣ ਤੇ ਮੋਹਰੀ ਜੀ, ਭਾਨੀ ਤੇ ਦਾਨੀ ਜੀ, 2 ਸੁਪੁੱਤਰੀਆਂ ਨੇ।
ਤੇ 4 ਸੰਤਾਨਾਂ ਹੋਈਆਂ ਨੇ ਉਹਨਾਂ ਦੇ ਘਰ ਦੇ ਵਿੱਚ। ਤੇ ਜਦੋਂ 52 ਕੁ ਸਾਲਾਂ ਦੀ ਅਵਸਥਾ ਤੇ ਪਹੁੰਚੇ ਨੇ, ਮਨ ਦੇ ਅੰਦਰ ਇੱਕ ਵਿਚਾਰ ਨੇ ਜਨਮ ਲਿਆ, ਵੈਰਾਗ ਨੇ ਜਨਮ ਲਿਆ। ਮਨਾ, ਜਿਸ ਪਰਮਾਤਮਾ ਨੇ, ਜਿਸ ਈਸ਼ਵਰ ਨੇ ਇਹ ਪਰਿਵਾਰ ਦਿੱਤਾ, ਸੰਤਾਨ ਦਿੱਤੀ, ਘਰ ਵੀ ਗੁਜ਼ਾਰਾ ਵੀ ਸੌਖਾ ਚੱਲ ਰਿਹਾ ਹੈ, ਕੋਈ ਕਮੀ ਨਹੀਂ ਹੈ, ਤੇ ਇਹਨਾਂ ਦੇ ਵਿੱਚ ਹੀ ਉਲਝ ਕੇ ਤੂੰ ਨਾ ਰਹਿ ਜਾਈਂ, ਉਸ ਮਾਲਕ ਨੂੰ ਮਿਲਣ ਦਾ ਵੀ ਕੋਈ ਯਤਨ ਕਰਨਾ। ਹੁਣ ਇਸ ਮੋਹ ਮਾਇਆ ਦੇ ਵਿੱਚੋਂ ਨਿਕਲ, ਇਸ ਪਰਿਵਾਰ ਦੇ ਵਿੱਚ ਹੀ ਖਚਤ ਨਾ ਹੋ ਕੇ ਰਹਿ ਜਾਈਂ, ਇਸ ਗ੍ਰਸਤ ਦੇ ਵਿੱਚ ਹੀ ਖਚਤ ਨਾ ਹੋ ਕੇ ਰਹਿ ਜਾਈਂ। ਇਹ ਤੇਰੀ ਮੰਜ਼ਿਲ ਨਹੀਂ ਹੈ, ਇਹ ਪੜਾਅ ਨੇ। ਤੇਰੀ ਮੰਜ਼ਿਲ ਹੈ ਖੁਦਾ ਨੂੰ ਪ੍ਰਾਪਤ ਕਰਨਾ, ਖੁਦਾ ਦੇ ਘਰ ਤੱਕ ਪਹੁੰਚਣਾ। ਸੱਚ ਜਾਣਿਓ, ਜਦੋਂ ਗੁਰੂ ਬਣ ਜਾਂਦੇ ਆ ਨਾ, ਉਹ ਵਲਵਲੇ ਜਿਹੜੇ ਹਨ ਗੁਰੂ ਬਣ ਕੇ ਉਹ ਸੰਸਾਰ ਤੇ ਮਨੁੱਖਤਾ ਦੇ ਭਲੇ ਦੇ ਵਾਸਤੇ ਸਾਡੀ ਝੋਲੀ ਵਿੱਚ ਉਹ ਬਾਣੀ ਰੂਪ ਦੇ ਵਿੱਚ ਪਾਉਂਦੇ ਨੇ। ਜਦੋਂ ਆਪਾਂ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ, ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਮਨ ਨੂੰ ਸੰਬੋਧਨ ਕਰਦਿਆਂ ਹੋਇਆਂ ਇਹ ਬਚਨ ਉਚਾਰਦੇ ਨੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ। ਹੇ ਮੇਰਿਆ ਮਨਾ, ਤੂੰ ਉਸ ਸਦਾ ਥਿਰ ਰਹਿਣ ਵਾਲੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਆਸਰਾ ਲੈ, ਉਹਦੇ ਨਾਮ ਉਹਦੇ ਗੁਣਾਂ ਦੀ ਸੰਭਾਲ ਕਰ, ਉਹਦੇ ਨਾਲ ਜੁੜ। ਜਿਸ ਪਰਿਵਾਰ ਦੇ ਮੋਹ ਦੇ ਵਿੱਚ ਤੂੰ ਖੱਜਤ ਹੋ ਕੇ ਰੱਬ ਨੂੰ ਭੁਲਾਈ ਫਿਰਦਾ ਹੈ, ਇਸ ਪਰਿਵਾਰ ਦੇ ਵਿੱਚੋਂ ਕਿਸੇ ਇੱਕ ਜੀ ਨੇ ਵੀ ਤੇਰੇ ਨਾਲ ਨਹੀਂ ਨਿਭਣਾ, ਤੇਰਾ ਸਾਥ ਨਹੀਂ ਦੇਣਾ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ। ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛਤਾਈਐ। ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਇਹ ਮੇਰਿਆ ਮਨਾ, ਗੁਰੂ ਦੇ ਸ਼ਬਦ ਦਾ ਓਟ ਆਸਰਾ ਲੈ ਕੇ, ਇਹ ਗੁਰੂ ਬਣਨ ਤੋਂ ਬਾਅਦ ਦੀਆਂ ਗੱਲਾਂ ਨੇ ਵੀ ਗੁਰੂ ਦੇ ਸ਼ਬਦ ਦਾ ਓਟ ਆਸਰਾ ਲੈ ਕੇ ਉਸ ਪਰਮਾਤਮਾ ਨਾਲ ਜੁੜਨ ਦਾ ਯਤਨ ਕਰ। ਖੈਰ, ਮਨ ਦੇ ਵਿੱਚ ਵੈਰਾਗ ਨੇ ਜਨਮ ਲਿਆ ਵੀ ਇਸ ਗ੍ਰਸਤ ਦੇ ਵਿੱਚ ਹੀ ਖਚਤ ਨਾ ਹੋ ਕੇ ਰਹਿ ਜਾਵਾਂ, ਉਸ ਰੱਬ ਨੂੰ ਮਿਲਣ ਵਾਸਤੇ ਕੋਈ ਉਪਰਾਲਾ ਕੀਤਾ ਜਾਵੇ, ਕੋਈ ਉਦਮ ਕੀਤਾ ਜਾਏ। ਉਦਮਾਂ ਦੇ ਵਿੱਚੋਂ ਉਦਮ ਕੀ ਉਹਨਾਂ ਨੇ ਚੁਣਿਆ, ਕਿਉਂਕਿ ਘਰ ਦੇ ਵਿੱਚੋਂ ਜੋ ਸਨਾਤਨ ਮਤ ਦੇ ਮੁਤਾਬਕ ਜੋ ਕਿਰਿਆ ਕਰਮ ਕੀਤੇ ਜਾਂਦੇ ਸਨ, ਜੋ ਲੋਕ ਉਹਨਾਂ ਦੀ ਕੁੱਲ ਵਾਲੇ ਜੋ ਸ਼ਰਧਾ ਭਾਵਨਾ ਨਾਲ ਜੋ ਰੱਬ ਨੂੰ ਪ੍ਰਾਪਤ ਕਰਨ ਦੇ ਉਸ ਸਮੇਂ ਉਸ ਵਕਤ ਦੇ ਜੋ ਸਾਧਨ ਪੂਜਾ ਪਾਠ ਜੋ ਅਪਣਾ ਕੇ ਤੁਰ ਰਹੇ ਸਨ, ਉਹਨਾਂ ਨੇ ਵੀ ਇੱਕ ਸਾਧਨ ਚੁਣ ਲਿਆ ਵੀ ਸਾਲ ਦੇ ਵਿੱਚ 2 ਵਾਰੀ ਗੰਗਾ ਮਈਆ ਦੀ ਯਾਤਰਾ ਕਰਨ ਜਾਣੀ ਹੈ। ਸਾਲ ਦੇ ਵਿੱਚ 2 ਵਾਰੀ ਹਰਿਦੁਆਰ ਜਾਣਾ ਹੈ, ਗੰਗਾ ਮਈਆ ਦੀ ਯਾਤਰਾ ਕਰਨੀ ਹੈ। ਸ਼ਰਧਾ ਭਾਵਨਾ ਦੇ ਨਾਲ ਪੂਜਾ ਪਾਠ ਕਰਨੇ ਆ, ਦਾਨ ਕਰਨੇ ਆ, ਮਾਲਕ ਖੁਸ਼ ਹੋਵੇਗਾ, ਮਾਲਕ ਦੀਆਂ ਨਜ਼ਰਾਂ ਵਿੱਚ ਪ੍ਰਮਾਨ ਹੋਵਾਂਗੇ। ਲਗਾਤਾਰ ਉਹਨਾਂ ਨੂੰ ਗੰਗਾ ਮਈਆ ਦੀ ਯਾਤਰਾ ਕਰਦਿਆਂ ਹੋਇਆਂ 19 ਵਾਰ ਹੋ ਚੁੱਕੇ ਨੇ। 20ਵੀਂ ਵਾਰ ਉਹ ਯਾਤਰਾ ਕਰਕੇ ਜਦੋਂ ਵਾਪਸ ਆ ਰਹੇ ਸਨ, ਉਹਨਾਂ ਦੇ ਜੀਵਨ ਵਿੱਚ ਇੱਕ ਘਟਨਾ ਵਾਪਰਦੀ ਹੈ। ਉਹ ਘਟਨਾ ਕਿਹੜੀ ਵਾਪਰਦੀ ਹੈ, ਤੇ ਇਧਰੋਂ ਆਰਬਲਾ ਵੀ ਇਹਨਾਂ ਦੀ ਕਰੀਬਨ 60 ਸਾਲ ਦੀ ਹੋ ਚੁੱਕੀ ਸੀ, ਕੇਸ ਚਿੱਟੇ ਹੋ ਚੁੱਕੇ ਸਨ। ਤੇ ਰਸਤੇ ਦੇ ਵਿੱਚ ਆਉਂਦਿਆਂ ਹੋਇਆਂ ਇੱਕ ਬ੍ਰਹਮਚਾਰੀ, ਕੁਝ ਇਤਿਹਾਸਕਾਰ ਕਹਿੰਦੇ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਮੰਨਣ ਵਾਲਾ ਸੀ, ਉਹ ਉਦਾਸੀ ਸੰਪਰਦਾ ਦੇ ਨਾਲ ਸੰਬੰਧ ਰੱਖਦਾ ਸੀ, ਤੇ ਉਹ ਵੀ ਹਰਿਦੁਆਰ ਨੂੰ ਗਿਆ ਸੀ। ਤੇ ਬਾਬਾ ਅਮਰਦਾਸ ਜੀ ਦੇ ਨਾਲ ਆਉਂਦਿਆਂ ਆਉਂਦਿਆਂ ਉਹਨਾਂ ਦੀ ਸਾਂਝ ਬਣ ਗਈ। ਬਾਬਾ ਅਮਰਦਾਸ ਜੀ ਦੇ ਪਿਆਰੇ ਬੋਲ, ਉਹਨਾਂ ਦਾ ਸੁਭਾਵ ਉਸ ਬ੍ਰਹਮਚਾਰੀ ਨੂੰ ਚੰਗਾ ਲੱਗਾ। ਉਹਨੇ ਬਸਰਕੇ ਤੋਂ ਅੱਗੇ ਜਾਣਾ ਸੀ ਤੇ ਆਉਂਦਿਆਂ ਆਉਂਦਿਆਂ ਦੋਵਾਂ ਦੀ ਸਾਂਝ ਬਣ ਗਈ। ਬਾਬਾ ਅਮਰਦਾਸ ਜੀ ਦੇ ਨਾਲ ਗੱਲਾਂ ਬਾਤਾਂ ਕਰਦੇ ਆ। ਉਹ ਬ੍ਰਹਮਚਾਰੀ ਸਾਧ ਜਦੋਂ ਬਸਰਕੇ ਦੀ ਧਰਤੀ ਤੱਕ ਪਹੁੰਚਿਆ, ਇਧਰੋਂ ਸ਼ਾਮ ਵੀ ਹੋ ਚੱਲੀ ਸੀ। ਬਾਬਾ ਅਮਰਦਾਸ ਜੀ ਕਹਿੰਦੇ ਨੇ, ਮਹਾਂਪੁਰਸ਼ੋ ਤੁਹਾਡਾ ਪੜਾ ਅਜੇ ਦੂਰ ਹੈ, ਮੇਰਾ ਨਗਰ ਆ ਗਿਆ, ਮੇਰਾ ਪਿੰਡ ਆ ਗਿਆ। ਮੈਂ ਚਾਹੁੰਦਾ ਤੁਸੀਂ ਰਾਤ ਮੇਰੇ ਘਰ ਦੇ ਵਿੱਚ ਰੁਕੋ, ਲੰਗਰ ਪਾਣੀ ਪ੍ਰਸ਼ਾਦਾ ਛਕੋ ਤੇ ਰਾਤ ਕੱਟ ਕੇ ਸਵੇਰੇ ਚਲਿਆ ਜਾਣਾ। ਤੇ ਉਹ ਬ੍ਰਹਮਚਾਰੀ ਨੂੰ ਵੀ ਇਹ ਬਚਨ ਚੰਗੇ ਲੱਗੇ।
ਇਹ ਸੇਵਾ ਭਾਵਨਾ ਵਾਲਾ ਇਹ ਬੱਚਾ, ਇਹ ਮਹਾਂਪੁਰਖ ਹੈ। ਤੇ ਨਾ ਉਹ ਬਾਬਾ ਅਮਰਦਾਸ ਜੀ ਦੇ ਘਰ ਵਿੱਚ ਆ ਗਿਆ। ਬਾਬਾ ਅਮਰਦਾਸ ਜੀ ਨੂੰ ਕਹਿੰਦਾ ਮੈਨੂੰ ਗਲਾਸ ਪਾਣੀ ਦਾ ਲਿਆ ਕੇ ਦੇ। ਤ੍ਰੇਹ ਲੱਗੀ ਹੈ, ਪਿਆਸ ਲੱਗੀ ਹੈ। ਵੈਸੇ ਵੀ ਬੰਦਾ ਜਦੋਂ ਚੱਲ ਕੇ ਆਵੇ ਪੈਦਲ ਤੇ ਪਿਆਸ ਤੇ ਪਾਣੀ ਤੇ ਪਹਿਲਾਂ ਪੁੱਛਿਆ ਜਾਂਦਾ ਹੈ ਜਾਂ ਪਿਲਾਇਆ ਜਾਂਦਾ ਹੈ। ਬਾਬਾ ਅਮਰਦਾਸ ਜੀ ਗਏ, ਉਹਨਾਂ ਨੇ ਗਲਾਸ ਭਰ ਕੇ ਪਾਣੀ ਦਾ ਲਿਆ ਕੇ ਫੜਾ ਦਿੱਤਾ। ਉਹਨੇ ਗਲਾਸ ਹੱਥ ਵਿੱਚ ਫੜਿਆ, ਕਹਿਣ ਲੱਗੇ ਮੈਂ ਕੱਲ ਦਾ ਤੁਹਾਡਾ ਸੰਗ ਕਰਦਾ ਹੋਇਆ ਆ ਰਿਹਾ ਵਾਂ, ਗੱਲਾਂ ਬਾਤਾਂ ਵੀ ਕਰਦਾ ਆ ਰਿਹਾ ਵਾਂ, ਤੁਹਾਡਾ ਸੁਭਾਅ ਨੇਚਰ ਮੈਨੂੰ ਬਹੁਤ ਚੰਗਾ ਲੱਗਾ, ਪਰ ਮੈਂ ਇੱਕ ਗੱਲ ਭੁੱਲ ਗਿਆ ਤੁਹਾਡੀ ਪੁੱਛਣ ਦੇ ਵਾਸਤੇ। ਕਹਿੰਦੇ ਕਿਹੜੀ ਗੱਲ ਪੁੱਛਣਾ ਚਾਹੁੰਦੇ? ਕਹਿਣ ਲੱਗੇ ਮੈਂ ਤੇ ਭੁੱਲ ਹੀ ਗਿਆ, ਤੁਹਾਡਾ ਗੁਰੂ ਕੌਣ ਹੈ? ਤੁਸੀਂ ਕਿਸ ਤੋਂ ਗੁਰਮੰਤਰ ਲਿਆ ਹੈ? ਗੁਰ ਦੇਖਿਆ ਕਿਸ ਤੋਂ ਲਈ ਹੈ? ਬਾਬਾ ਅਮਰਦਾਸ ਜੀ ਕਹਿੰਦੇ ਨੇ ਅੱਜ ਤੱਕ ਤੇ ਮੈਂ ਤੀਰਥ ਇਸ਼ਨਾਨਾਂ ਤੇ ਹੀ ਦਾਨ ਪੁੰਨ ਤੇ ਹੀ ਭਰੋਸਾ ਰੱਖ ਕੇ ਆਪਣੀ ਜ਼ਿੰਦਗੀ ਦੀ ਜਿਹੜੀ ਬੇੜੀ ਉਹ ਤੋਰ ਰਿਹਾ ਹਾਂ। ਮੈਨੂੰ ਅਜੇ ਤੱਕ ਕੋਈ ਗੁਰੂ ਮਿਲਿਆ ਨਹੀਂ, ਮੈਂ ਅਜੇ ਤੱਕ ਗੁਰੂ ਦੀ ਭਾਲ ਵੀ ਕੋਈ ਨਹੀਂ ਕੀਤੀ, ਨਾ ਮੈਨੂੰ ਕੋਈ ਗੁਰੂ ਮਿਲਿਆ। ਕੁਝ ਵਿਦਵਾਨ ਕਹਿੰਦੇ ਉਹਨੇ ਚਲਾ ਕੇ ਪਾਣੀ ਦਾ ਗਲਾਸ ਮਾਰਿਆ, ਕੁਝ ਕਹਿੰਦੇ ਗਲਾਸ ਵਾਪਸ ਫੜਾ ਦਿੱਤਾ, ਪਰ ਉਹਨੇ ਪਾਣੀ ਨਾ ਪੀਤਾ। ਉਹਨੇ ਇਹ ਬਚਨ ਕਹੇ ਕਿ ਗੰਗਾ ਮਈਆ ਦੀ ਯਾਤਰਾ ਕਰਕੇ 19-20 ਵਾਰ ਇਸ਼ਨਾਨ ਕਰਕੇ ਤੂੰ ਸੋਚਿਆ ਮੈਂ ਹੁਣ ਬੜਾ ਪਵਿੱਤਰ ਹੋ ਗਿਆ? ਤੂੰ ਤੇ ਨਿਗਰਾ ਹੈ, 62-60 ਸਾਲ ਦੀ ਤੇਰੀ ਉਮਰ ਹੋ ਚੁੱਕੀ ਹੈ, ਚਿੱਟੇ ਤੇਰੇ ਕੇਸ ਹੋ ਚੁੱਕੇ ਨੇ, ਕੇਵਲ ਤੀਰਥਾਂ ਦਾ ਇਸ਼ਨਾਨ, ਗੰਗਾ ਮਈਆ ਦੀ ਯਾਤਰਾ, ਪੂਜਾ ਤੇਰਾ ਕੁਝ ਨਹੀਂ ਸਵਾਰ ਸਕੇਗੀ ਜਿੰਨਾ ਚਿਰ ਕਿਸੇ ਗੁਰੂ ਨਾਲ ਜੁੜ ਕੇ ਗੁਰੂ ਮੰਤਰ ਨਹੀਂ ਲੈਂਦਾ, ਗੁਰੂ ਦੀ ਦੀਖਿਆ ਨਹੀਂ ਲੈਂਦਾ। ਫਿਰ ਉਹਨੇ ਆਪਣਾ ਸਾਫਾ ਝਾੜਿਆ, ਕਹਿੰਦਾ ਪਛਾਤਾਪ ਪਛਾਤਾਪ, ਹੇ ਈਸ਼ਵਰ, ਹੇ ਪਰਮਾਤਮਾ ਮੈਨੂੰ ਬਖਸ਼ ਲਈ, ਮੇਰੇ ਕੋਲ ਬਹੁਤ ਵੱਡਾ ਗੁਨਾਹ ਹੋ ਗਿਆ, ਮੇਰੇ ਸਾਰੇ ਧਰਮ ਦੇ ਕਰਮ ਭ੍ਰਿਸ਼ਟ ਹੋ ਗਏ, ਕਿਉਂਕਿ ਮੈਂ ਇੱਕ ਨਿਗਰੇ ਬੰਦੇ ਦਾ ਸੰਗ ਕਰ ਬੈਠਾ ਹਾਂ, ਇੱਕ ਨਿਗਰੇ ਬੰਦੇ ਦੀ ਸੰਗਤ ਕਰ ਬੈਠਾ ਹਾਂ। ਬਾਬਾ ਅਮਰਦਾਸ ਜੀ ਨੇ ਉਸ ਸਾਧ ਨੂੰ ਰੋਕਣ ਦਾ ਯਤਨ ਕੀਤਾ, ਪਰ ਉਹ ਕਲਪਦਾ ਹੋਇਆ ਉਹ ਸਾਧ ਚਲਿਆ ਗਿਆ, ਪਰ ਅੰਦਰ ਇੱਕ ਚੇਟਕ ਲਾ ਗਿਆ, ਹਿਰਦੇ ਨੂੰ ਉਹਦੇ ਬੋਲ ਚੀਰ ਗਏ। ਤੂੰ ਤੇ ਅਜੇ ਦੂਸਰਿਆਂ ਨੂੰ ਪਾਣੀ ਪਿਲਾਉਣ ਜੋਗਾ ਵੀ ਨਹੀਂ ਹੋਇਆ। ਤੂੰ ਸਮਝਿਆ ਕਿ 20 ਵਾਰ ਗੰਗਾ ਦਾ ਇਸ਼ਨਾਨ ਕਰਕੇ, ਯਾਤਰਾ ਕਰਕੇ ਤੂੰ ਬੜਾ ਪਾਵਨ ਹੋ ਗਿਆ, ਬੜਾ ਪਵਿੱਤਰ ਹੋ ਗਿਆ, ਸ਼ੁੱਧ ਹੋ ਗਿਆ। ਤੇਰੇ ਵਰਗਾ ਨਿਗਰਾ ਬੰਦਾ ਤਾਂ ਕਿਸੇ ਧਰਮੀ ਬੰਦੇ ਨੂੰ ਪਾਣੀ ਪਿਲਾਉਣ ਜੋਗਾ ਵੀ ਨਹੀਂ ਹੋਇਆ। ਸਾਰੀ ਰਾਤ, ਕਿਉਂਕਿ ਸ਼ਾਮ ਦਾ ਵਕਤ ਸੀ, ਸਾਰੀ ਰਾਤ ਅੱਜ ਨਾ ਭੋਜਨ ਛਕਣ ਨੂੰ ਮਨ ਕੀਤਾ। ਘਰਦਿਆਂ ਨੇ ਪੁੱਛਿਆ ਪਰ ਦੱਸਿਆ ਕੁਝ ਨਾ, ਵੀ ਤੁਸੀਂ ਤੇ ਯਾਤਰਾ ਤੋਂ ਆਏ ਹੋ, ਅੱਗੇ ਆਉਂਦੇ ਸੋ ਤੇ ਬੜੇ ਖੁਸ਼, ਬੜੇ ਤੁਸੀਂ ਗੁਣਗਾਨ ਗਾਉਂਦੇ ਸੀ, ਦੱਸਦੇ ਸੀ ਮੈਂ ਏਦਾਂ ਗਿਆ, ਆਹ ਕੁਝ ਕੀਤਾ, ਆਹ ਲੋਕ ਮੈਨੂੰ ਮਿਲੇ। ਹੁਣ ਚੁੱਪ ਚੁੱਪ ਕਿਉਂ, ਪ੍ਰਸ਼ਾਦਾ ਕਿਉਂ ਨਹੀਂ ਛਕਦੇ? ਕਹਿਣ ਲੱਗੇ ਮੇਰਾ ਮਨ ਹੀ ਨਹੀਂ ਕਰਦਾ। ਸਾਰੀ ਰਾਤ ਮੰਜੇ ਤੇ ਪਏ। ਗੁਰਮੁਖੋ ਉਸ ਦਿਨ ਅਹਿਸਾਸ ਹੋਇਆ ਵੀ ਗੁਰੂ ਨਾਲੋਂ ਟੁੱਟ ਕੇ ਜੀਵਨ ਬਤੀਤ ਕਰਨਾ ਕਿਤਨਾ ਔਖਾ ਵਾ। ਸੱਚ ਜਾਣਿਓ, ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ, ਸਤਿਗੁਰ ਜੀ ਨੇ ਬਾਣੀ ਵਿੱਚੋਂ ਸਾਨੂੰ ਦਰਸਾਇਆ ਹੈ ਵੀ ਗੁਰੂ ਨਾਲ ਜੁੜਨਾ ਕਿਤਨਾ ਜ਼ਰੂਰੀ ਹੈ। ਪਰਮਾਤਮਾ ਦੇ ਘਰ ਦਾ ਵਿਧਾਨ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਗੁਰੂ ਨਾਲ ਜੁੜਨ ਤੋਂ ਬਗੈਰ ਹੋ ਹੀ ਨਹੀਂ ਸਕਦੀ। ਪਰਮਾਤਮਾ ਨੂੰ ਗੁਰੂ ਘਰ ਦਾ ਵਿਚੋਲਾ ਆਖਿਆ ਹੈ, ਵਕੀਲ ਆਖਿਆ ਹੈ, ਰਖਵਾਲਾ ਆਖਿਆ ਵਾ। ਜਦੋਂ ਆਪਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਹ ਪਾਵਨ ਬੋਲ ਪੜ੍ਹਦੇ ਹਾਂ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। 2 ਵਾਰੀ ਸ਼ਬਦ ਆਇਆ, ਪਾਇਓ ਤੇ ਪਾਇਆ। ਕਹਿੰਦੇ ਸਤਿਗੁਰ ਨਾਲ ਜੁੜਨ ਤੋਂ ਬਗੈਰ ਕਿਸੇ ਨੇ ਪਰਮਾਤਮਾ ਨੂੰ ਨਹੀਂ ਪਾਇਆ ਤੇ ਨਾ ਅੱਜ ਤੱਕ ਕੋਈ ਪਾ ਸਕੇਗਾ। ਕਿਉਂ ਨਹੀਂ ਪਾ ਸਕੇਗਾ? ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰਖਿਉਨ ਕਰ ਪ੍ਰਗਟ ਆਖ ਸੁਣਾਇਆ। ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਤਿਗੁਰ ਦੇ ਅੰਦਰ ਆਪਣਾ ਆਪਾ ਟਿਕਾ ਕੇ ਰੱਖਿਆ ਹੈ। ਜਿਹੜਾ ਗੁਰੂ ਨਾਲ ਜੁੜੇਗਾ ਉਹ ਉਸ ਪਰਮਾਤਮਾ ਤੱਕ ਪਹੁੰਚੇਗਾ। ਕਹਿੰਦੇ ਮਨਮੁਖ ਮੈਲ ਨਾ ਉਤਰੈ, ਜਿਚਰ ਗੁਰ ਸ਼ਬਦ ਨਾ ਕਰੇ ਪਿਆਰ। ਉਹਨਾਂ ਚਿਰ ਮਨਮੁਖ ਬੰਦੇ ਦੇ ਅੰਦਰੋਂ ਵਿਕਾਰਾਂ ਦੀ ਮੈਲ ਨਹੀਂ ਲੈ ਸਕੇਗੀ, ਉਹ ਪਾਵਨ ਪਵਿੱਤਰ ਨਹੀਂ ਹੋ ਸਕੇਗਾ ਜਿੰਨਾ ਚਿਰ ਗੁਰੂ ਦੇ ਸ਼ਬਦ ਨਾਲ ਸਾਂਝ ਤੇ ਪਿਆਰ ਨਹੀਂ ਪਾਉਂਦਾ।
ਗੁਰੂ ਅਮਰਦਾਸ ਮਹਾਰਾਜ ਜੀ ਦੇ ਖੁਦ ਬਚਨ ਨੇ ਉਹਨਾਂ ਦੀ ਪਵਿੱਤਰ ਬਾਣੀ ਵਿੱਚ। ਉਹ ਕਹਿੰਦੇ ਨੇ, ਧੁਰ ਖਸਮੇ ਕਾ ਹੁਕਮ ਪਿਆ, ਬਿਨ ਸਤਿਗੁਰ ਚੇਤਿਆ ਨਾ ਜਾਏ। ਧੁਰ ਤੋਂ ਹੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਹੈ ਵੀ ਗੁਰੂ ਨਾਲ ਜੁੜਨ ਤੋਂ ਬਗੈਰ ਮੈਨੂੰ ਚੇਤਿਆ ਨਹੀਂ ਜੇ ਜਾਣਾ। ਤੇ ਭੱਟ ਸਾਹਿਬਾਨਾਂ ਦਾ ਇੱਕ ਬਹੁਤ ਪਿਆਰਾ ਬਚਨ ਹੈ ਵੀ ਗੁਰੂ ਦੀ ਲੋੜ ਜੀਵਨ ਵਿੱਚ ਕਿਉਂ ਹੈ, ਗੁਰੂ ਤੋਂ ਦੀਖਿਆ ਲੈਣੀ ਕਿਉਂ ਜ਼ਰੂਰੀ ਹੈ, ਗੁਰੂ ਦਾ ਮੰਤਰ ਧਾਰਨ ਕਰਨਾ ਕਿਉਂ ਜ਼ਰੂਰੀ ਹੈ। ਭੱਟ ਸਾਹਿਬਾਨ ਜੀ ਕਹਿੰਦੇ, ਗੁਰ ਬਿਨ ਘੂਰ ਅੰਧਾਰ। ਕਹਿੰਦੇ ਨੇ ਗੁਰੂ ਨਾਲ ਜੁੜਨ ਤੋਂ ਬਗੈਰ ਜੀਵਨ ਦੇ ਵਿੱਚ ਅਗਿਆਨਤਾ ਦਾ ਅੰਧੇਰਾ ਹੀ ਅੰਧੇਰਾ, ਘੋਰ ਅੰਧੇਰਾ ਹੈ ਤੇ ਅੰਧੇਰੇ ਵਿੱਚ ਠੋਕਰਾਂ ਪੈਂਦੀਆਂ ਨੇ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਨਾਲ ਜੁੜਨ ਤੋਂ ਬਗੈਰ ਸਹੀ ਜੀਵਨ ਜਿਉਣ ਦੀ ਸੋਝੀ ਨਹੀਂ ਹੋ ਸਕਦੀ, ਜੀਵਨ ਜਿਉਣ ਦਾ ਢੰਗ ਹੀ ਨਹੀਂ ਪ੍ਰਾਪਤ ਹੋ ਸਕਦਾ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਨਾਲ ਜੁੜਨ ਤੋਂ ਬਗੈਰ ਸੁਰਤ ਪਵਿੱਤਰ ਨਹੀਂ ਹੋ ਸਕਦੀ। ਗੁਰੂ ਨਾਲ ਜੁੜਨ ਤੋਂ ਬਗੈਰ ਜੀਵਨ ਦੀ ਸਫਲਤਾ ਪ੍ਰਾਪਤ ਨਹੀਂ ਹੋ ਸਕਦੀ, ਸਫਲ ਜੀਵਨ ਨਹੀਂ ਬੰਦਾ ਪ੍ਰਾਪਤ ਕਰ ਸਕਦਾ। ਕਹਿੰਦੇ ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਕਹਿੰਦੇ ਨੇ ਗੁਰੂ ਨਾਲ ਜੁੜਨ ਤੋਂ ਬਗੈਰ ਬੰਦਾ ਜੀਵਨ ਮੁਕਤ ਹੋ ਨਹੀਂ ਸਕਦਾ, ਜੰਮਣ ਮਰਨ ਦੇ ਗੇੜ ਤੋਂ ਖਲਾਸੀ ਨਹੀਂ ਦੇ ਪਾ ਸਕਦਾ। ਫਿਰ ਅੱਗੇ ਕਹਿੰਦੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਕਹਿੰਦੇ ਸਹੀ ਵਿਚਾਰ ਤਾਂ ਇਹ ਹੈ ਵੀ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਦੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸੁਪੁਨ ਅਗਨ ਕਟੇ ਸਭ ਤੇਰੇ। ਜਦੋਂ ਗੁਰੂ ਦੇ ਹਵਾਲੇ ਆਪਣੇ ਆਪ ਨੂੰ ਕਰੇਂਦਾ, ਗੁਰੂ ਦਾ ਸ਼ਬਦ ਜਦੋਂ ਹਿਰਦੇ ਵਿੱਚ ਵਸਾ ਲਏਗਾ, ਗੁਰੂ ਦੇ ਸ਼ਬਦ ਨੇ ਤੇਰੇ ਅੰਦਰ ਦੇ ਪਾਪ ਕੱਟ ਕੇ ਰੱਖ ਦੇਣੇ, ਤੈਨੂੰ ਨਿਰਮਲ ਸ਼ੁੱਧ ਬਣਾ ਕੇ ਰੱਖ ਦੇਣਾ ਹੈ। ਗੁਰੂ ਨੈਣ ਬੈਣ, ਤੇਰੀਆਂ ਅੱਖਾਂ ਦੇ ਵਿੱਚ ਵੀ ਗੁਰੂ ਦੇ ਦਿਦਾਰਿਆਂ ਦੀ ਭੁੱਖ ਹੋਵੇ, ਤੇਰੇ ਬਚਨਾਂ ਦੇ ਵਿੱਚ ਵੀ ਗੁਰੂ ਹੋਵੇ। ਗੁਰੂ ਨੈਣ ਬੈਣ, ਗੁਰੂ ਗੁਰੂ ਕਰੋ। ਗੁਰੂ ਕਵ ਨਲ ਸੱਚ ਕਹੇ, ਜਿਨ ਗੁਰੂ ਨਾ ਦੇਖਿਓ ਨੋ ਕੀਓ ਤੇ ਅਕੀਅਤ ਸੰਸਾਰ ਮੈਂ। ਜਿਨ੍ਹਾਂ ਨੇ ਮਾਨਸ ਜਨਮ ਪ੍ਰਾਪਤ ਕਰਕੇ ਗੁਰੂ ਦੇ ਦਰਸ਼ਨ ਨਹੀਂ ਕੀਤੇ, ਗੁਰੂ ਨਾਲ ਨਹੀਂ ਜੁੜੇ, ਸਮਝ ਲਓ ਉਹਨਾਂ ਦਾ ਜੀਵਨ ਅਕਾਰਤ ਹੈ, ਉਹਨਾਂ ਦਾ ਜੀਵਨ ਬਰਬਾਦ ਹੈ। ਤੇ ਅੱਜ ਬਾਬਾ ਅਮਰਦਾਸ ਜੀ ਨੂੰ ਅਹਿਸਾਸ ਹੋਇਆ, ਹੁਣ ਤੱਕ ਜਿਤਨੇ ਵੀ ਧਰਮ ਦੇ ਕਰਮ ਕੀਤੇ ਨੇ ਜਾਂ ਯਾਤਰਾਵਾਂ ਕੀਤੀਆਂ ਨੇ, ਉਹ ਇਉਂ ਨੇ ਜਿਵੇਂ ਬੰਜਰ ਜ਼ਮੀਨ ਦੇ ਵਿੱਚ ਕੋਈ ਬੀਜ ਪਾਇਆ ਹੋਵੇ ਤੇ ਉੱਗੇ ਨਾ। ਸਾਰਾ ਕੁਝ ਨਿਫਲ, ਸਾਰਾ ਕੁਝ ਕਹਿੰਦੇ ਨੇ ਵਿਅਰਥ ਚਲਿਆ ਗਿਆ। ਇਹ ਜਾਪਿਆ ਵੀ ਮੇਰੀ ਜ਼ਿੰਦਗੀ ਵਿਅਰਥ ਚਲੇਗੀ। ਉਹ ਮਨਾ, ਤੂੰ ਕੰਧੀ ਉੱਤੇ ਰੁਖੜਾ ਹੈ, ਮੌਤ ਦਾ ਕੋਈ ਪਤਾ ਨਹੀਂ ਕਦੋਂ ਆ ਜਾਏ। ਚਿੱਟੇ ਤੇਰੇ ਕੇਸ ਹੋ ਚੁੱਕੇ ਨੇ, ਹੁਣ ਤੱਕ ਤੈਨੂੰ ਗੁਰੂ ਨਹੀਂ ਮਿਲਿਆ, ਕਦੋਂ ਗੁਰੂ ਵਾਲਾ ਬਣੇਗਾ। ਸਾਰੀ ਰਾਤ ਰੋਂਦਿਆਂ ਹੋਇਆਂ, ਵਿਰਲਾਪ ਕਰਦਿਆਂ ਹੋਇਆਂ ਤੇ ਜਾਗਦਿਆਂ ਬਤੀਤ ਹੋਈ। ਅੰਮ੍ਰਿਤ ਵੇਲਾ ਹੋਇਆ। ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਆਪਣੇ ਹੀ ਭਰਾ ਦੇ ਘਰ ਦੇ ਵਿੱਚੋਂ ਬੜੀਆਂ ਸੁਰੀਲੀਆਂ ਆਵਾਜ਼ਾਂ ਕੰਨਾਂ ਦੇ ਵਿੱਚ ਪਈਆਂ। ਉਹਨਾਂ ਦੀ ਭਤੀਜੀਓ ਨੂੰ ਬੀਬੀ ਅਮਰੋ ਜੀ, ਉਹ ਮਦਾਨੀ ਪਾ ਕੇ ਦੁੱਧ ਰਿੜਕਦੇ ਪਏ ਨੇ ਤੇ ਨਾਲ ਇੱਕ ਬੜੀ ਮਧੁਰ ਆਵਾਜ਼ ਦੇ ਵਿੱਚ ਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਸ਼ਬਦ ਗਾ ਰਹੇ ਨੇ। ਉਹ ਸ਼ਬਦ ਇਹਨਾਂ ਦੇ ਕੰਨਾਂ ਦੇ ਵਿੱਚ ਪਿਆ। ਉਹ ਸ਼ਬਦ ਆਪ ਜੀ ਨੂੰ ਸੁਣਾਉਂਦਾ ਜਾਵਾਂ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼ਬਦ ਹੈ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਭਏ। ਜਿਉ ਜਿਉ ਕਿਰਤ ਚਲਾਏ ਤਿਉ ਚੱਲੀਏ, ਤੋ ਗੁਣ ਨਾਹੀ ਅੰਤ ਹਰੇ। ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ। ਰਸ ਰਸ ਚੋਗ ਚੁਗੇ ਨਿਤ ਫਾਸੇ, ਛੂਟ ਸਮੂੜੇ ਕਮਨ ਗੁਣੀ। ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। ਕੋਇਲੇ ਪਾਪ ਪੜੇ ਤਸ ਉਪਰ, ਮਨ ਜਲਿਆ ਸੰਨੀ ਚਿੰਤ ਭਈ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤੰਨੇ ਹਾਂ। ਏਕ ਨਾਮ ਅੰਮ੍ਰਿਤ ਉਹ ਦੇਵੇ, ਤੋ ਨਾਨਕ ਤ੍ਰਿਸ਼ਟ ਸਦੇਹਾ। ਗੁਰਮੁਖੋ ਇੱਕ ਅੰਮ੍ਰਿਤ ਵੇਲਾ ਹੈ। ਉਸ ਵਕਤ ਇੱਕ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਦਾ ਸ਼ਬਦ ਹੈ। ਤੀਸਰਾ ਗਾਉਣ ਵਾਲੀ ਕੌਣ ਹੈ? ਸ਼ਬਦ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੁਪੁੱਤਰੀ। ਚੌਥਾ ਜਿਹਦੇ ਕੰਨਾਂ ਵਿੱਚ ਸ਼ਬਦ ਪੈ ਰਿਹਾ, ਰਾਤ ਦੀ ਉਹਨੂੰ ਸੱਟ ਵੱਜੀ ਹੈ, ਚੋਟ ਵੱਜੀ ਹੈ ਵੀ ਮੈਂ ਅਜੇ ਤੱਕ ਨਿਗਰਾਂ ਵਾਂ। ਕਿ ਜਦੋਂ ਚਾਰੇ ਚੀਜ਼ਾਂ ਆਪਸ ਵਿੱਚ ਮਿਲੀਆਂ, ਬਾਬਾ ਅਮਰਦਾਸ ਜੀ ਫਿਰ ਉਹ ਨਾ ਰਹੇ ਜੋ ਉਹ ਪਹਿਲੀ ਹਾਲਤ ਵਿੱਚ ਸਨ। ਉਹ ਸ਼ਬਦ ਜਦੋਂ ਕੰਨਾਂ ਵਿੱਚ ਪਿਆ ਨਾ, ਸ਼ਬਦ ਦੀ ਸਮਾਪਤੀ ਹੋਈ, ਮੰਜਾ ਛੱਡਿਆ, ਬਾਬਾ ਅਮਰਦਾਸ ਸਿੱਧਾ ਆਪਣੇ ਭਰਾ ਦੇ ਘਰ ਆ ਜਾਂਦੇ ਨੇ। ਭਰਾ ਦੇ ਘਰ ਆ ਜਾਂਦੇ ਨੇ ਤੇ ਸਿੱਧਾ ਹੀ ਆਪਣੀ ਭਤੀਜੀਓ ਨੂੰ ਧੀ ਕੋਲ ਜਾਂਦੇ ਨੇ
ਅਮਰੋ ਬੀਬੀ ਅਮਰੋ ਜੀ ਦੇ ਕੋਲ ਜਾਂਦੇ ਨੇ। ਬੀਬੀ ਅਮਰੋ ਨੂੰ ਕਹਿੰਦੇ ਨੇ, ਧੀਏ ਆ ਮਧਾਣੀ ਪਾਉਂਦਿਆਂ ਤੇ ਰਿੜਕਦਿਆਂ ਹੋਇਆਂ ਜਿਹੜਾ ਸ਼ਬਦ ਤੂੰ ਗਾ ਰਹੀ ਸੀ ਨਾ, ਉਹ ਇੱਕ ਵਾਰੀ ਫਿਰ ਸੁਣਾ ਦੇ ਮੈਨੂੰ ਤੇ ਰਾਤ ਦੀ ਸੱਟ ਵੱਜੀ ਹੋਈ ਸੀ, ਜ਼ਖਮ ਹੋਏ ਪਏ ਸਨ ਮੇਰੇ ਹਿਰਦੇ ਤੇ, ਤੇਰੇ ਉਹਨਾਂ ਬੋਲਾਂ ਨੇ ਮਰਮ ਦਾ ਕੰਮ ਕੀਤਾ ਹੈ, ਇੱਕ ਵਾਰੀ ਹੋਰ ਸੁਣਾ ਦੇ ਮੈਨੂੰ ਸ਼ਬਦ। ਉਹ ਬੀਬੀ ਅਮਰੋ ਜੀ ਨੇ ਇੱਕ ਵਾਰੀ ਹੋਰ ਗਾਇਆ, ਧੀਏ ਇੱਕ ਹੋਰ ਉਪਕਾਰ ਕਰ, ਇਹਦੇ ਅਰਥ ਦੱਸ ਕਾ ਮੈਨੂੰ, ਇਹ ਕੀ ਕਹਿ ਰਿਹਾ। ਮੈਨੂੰ ਤੇ ਇੰਨੀ ਸਮਝ ਪਈ ਹੈ ਵੀ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਗੁਰੂ ਦੀ ਭਾਲ ਤੇ ਮੈਂ ਵੀ ਕਰਦਾ ਫਿਰਦਾ ਵਾਂ। ਉਹ ਕਿਹੜਾ ਗੁਰੂ ਹੈ ਜਿਹੜਾ ਮਿਲ ਪਵੇ, ਜਿਹੜਾ ਮਨੂਰ ਵਰਗੇ ਲੋਹੇ ਨੂੰ ਕੰਚਨ ਵਰਗਾ ਬਣਾ ਦਿੰਦਾ ਵਾ। ਮੈਨੂੰ ਥੋੜੀ ਜਿਹੀ ਅਰਥ ਦੱਸ, ਤੇ ਦੱਸ ਪਾਏ ਹੈ ਕਿਹਦਾ ਸ਼ਬਦ। ਕਹਿਣ ਲੱਗੇ, ਪਿਤਾ ਜੀ ਇਹ ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ, ਤੇ ਇਹ ਸ਼ਬਦ ਹੈ ਕਰਨੀ ਕਾਗਦ ਮਨ ਮਸਵਾਣੀ। ਮਨੁੱਖ ਦੀ ਜਿਹੜੀ ਕਰਨੀ ਉਹ ਕਾਗਦ ਹੈ, ਤੇ ਕਹਿੰਦੇ ਨੇ ਜਿਹੜੇ ਚੰਗੇ ਮੰਦੇ ਸੰਸਕਾਰਾਂ ਦੇ ਲੇਖ ਜਿਹੜੇ ਨੇ ਉਹ ਮਨੁੱਖ ਲਿਖ ਰਿਹਾ ਹੈ, ਉਹ ਮਨ ਨੂੰ ਦਵਾਤ ਹੈ ਸ਼ਾਹੀ ਦੀ। ਕਰਨੀ ਕਾਗਦ ਮਨ ਮਸਵਾਣੀ, ਮਨ ਜਿਹੜਾ ਦਵਾਤ ਹੈ ਸ਼ਾਹੀ ਦੀ, ਤੇ ਜਿਹੜੇ ਚੰਗੇ ਮੰਦੇ ਕਰਮਾਂ ਦੇ ਲੇਖ ਨੇ ਸੰਸਕਾਰਾਂ ਦੇ, ਉਹ ਇਸ ਕਰਨੀ ਕਾਗਜ਼ ਦੇ ਉੱਪਰ ਦਿਨ ਰਾਤ ਲਿਖੇ ਜਾ ਰਹੇ ਨੇ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਭਏ, ਜੋ ਜੋ ਕਿਰਤ ਚਲਾਏ ਤਿਉ ਚਲੀਏ, ਤਉ ਗੁਣ ਨਾਹੀ ਅੰਤ ਹਰੇ। ਉਸ ਪਰਮਾਤਮਾ ਦੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਦਾ, ਪਰ ਮਨੁੱਖ ਜਿਹੋ ਜੇ ਚੰਗੇ ਮੰਦੇ ਕਰਮਾਂ ਦੇ ਸੰਸਕਾਰਾਂ ਦਾ ਲੇਖ ਲਿਖਦਾ ਹੈ, ਜਿਹੜੇ ਸੰਸਕਾਰਾਂ ਦਾ ਪ੍ਰਭਾਵ ਜ਼ਿਆਦਾ ਹੋਵੇਗਾ, ਜੇ ਚੰਗੇ ਸੰਸਕਾਰ ਜ਼ਿਆਦਾ ਨੇ ਤੇ ਚੰਗੀ ਕਿਰਤ ਕਰੇਗਾ, ਜੇ ਮੰਦੇ ਸੰਸਕਾਰਾਂ ਦਾ ਪ੍ਰਭਾਵ ਮਨ ਦੇ ਉੱਤੇ ਜ਼ਿਆਦਾ ਹੈ ਤੇ ਮੰਦੀ ਕਿਰਤ ਕਰੇਗਾ। ਇਹ ਚੰਗੇ ਮੰਦੇ ਸੰਸਕਾਰ ਹੀ ਮਨੁੱਖ ਨੂੰ ਕਿਰਤ ਵਾਲੇ ਪਾਸੇ ਲਾਉਂਦੇ ਨੇ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਏ, ਤਉ ਗੁਣ ਨਾਹੀ ਅੰਤ ਹਰੇ। ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਅੱਗੇ ਗੁਰੂ ਜੀ ਸਮਝਾਉਂਦੇ ਨੇ, ਬਾਵਰੇ ਇਨਸਾਨ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਚੇਤੇ ਕਿਉਂ ਨਹੀਂ ਕਰਦਾ। ਜੇ ਨਹੀਂ ਚੇਤੇ ਕਰੇਗਾ, ਤੇਰੇ ਅੰਦਰ ਦੇ ਜੋ ਥੋੜੇ ਬਹੁਤ ਦੇਵੀ ਗੁਣ ਬਚੇ ਨੇ ਗਲ ਜਾਣਗੇ। ਘਰ ਵਿੱਚ ਕੋਈ ਚੀਜ਼ ਲੈ ਕੇ ਆ ਜਾਈਏ ਨਾ, ਆਪਾਂ ਸਬਜ਼ੀ ਲੈ ਕੇ ਆ ਜਾਈਏ, ਫਲ ਫਰੂਟ ਲੈ ਕੇ ਆ ਜਾਈਏ, 2-4 ਦਿਨ ਉਹਨਾਂ ਵੱਲ ਧਿਆਨ ਨਾ ਦਿੱਤਾ ਜਾਏ, ਉਹ ਗਲ ਜਾਂਦੇ ਨੇ, ਸੜ ਜਾਂਦੇ ਨੇ। ਬੰਦਾ ਫਿਰ ਕਹਿੰਦਾ ਮੈਂ ਤੇ ਧਿਆਨ ਹੀ ਨਹੀਂ ਦਿੱਤਾ, ਇਹ ਪਏ ਪਏ ਗਲ ਗਏ ਨੇ। ਸੱਚ ਜਾਣਿਓ, ਹਰ ਇੱਕ ਪ੍ਰਾਣੀ ਦੇ ਅੰਦਰ ਦੇਵੀ ਗੁਣ ਮੌਜੂਦ ਨੇ। ਸੱਚ ਹੈ, ਦਇਆ ਹੈ, ਸੰਤੋਖ ਹੈ, ਨਿਮਰਤਾ ਹੈ, ਪ੍ਰੇਮ ਹੈ, ਨਿਰਵੈਰਤਾ ਹੈ, ਅੰਦਰ ਹੀ ਇਹ ਗੁਣ ਪਏ ਨੇ, ਪਰ ਗਲ ਰਹੇ ਨੇ ਕਿਉਂਕਿ ਬੰਦਾ ਇਹਨਾਂ ਦੀ ਵਰਤੋਂ ਹੀ ਨਹੀਂ ਕਰ ਰਿਹਾ। ਸੱਚ ਦੀ ਵਰਤੋਂ ਕਿੱਥੇ ਹੋ ਰਹੀ ਹੈ? ਝੂਠ ਪ੍ਰਧਾਨ ਹੈ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਸੰਤੋਖ ਦੀ ਵਰਤੋਂ ਕਿੱਥੇ ਹੋ ਰਹੀ ਹੈ? ਲੋਭ ਪ੍ਰਧਾਨ ਹੈ। ਕ੍ਰੋਧ ਪਿਆਰ ਪ੍ਰੇਮ ਦੀ ਵਰਤੋਂ ਕਿੱਥੇ ਹੋ ਰਹੀ ਹੈ? ਮੋਹ ਤੇ ਕ੍ਰੋਧ ਪ੍ਰਧਾਨ ਹੈ। ਦਇਆ ਦੀ ਵਰਤੋਂ ਹੀ ਨਹੀਂ ਹੋ ਰਹੀ, ਨਿਮਰਤਾ ਦੀ ਵਰਤੋਂ ਨਹੀਂ ਹੋ ਰਹੀ ਕਿਉਂਕਿ ਹੰਕਾਰ ਹੈ। ਇਹਨਾਂ ਗੁਣਾਂ ਦੀ ਵਰਤੋਂ ਨਹੀਂ ਹੋ ਰਹੀ, ਉਹਦੇ ਵਾਸਤੇ ਗੁਣ ਗਲੇ ਹੋਏ ਨੇ। ਹਰ ਬਿਸਰਤ ਤੇਰੇ ਗੁਣ ਗਲਿਆ। ਫਿਰ ਅੱਗੇ ਕਹਿੰਦੇ ਨੇ, ਵਿਕਾਰਾਂ ਦੇ ਅਧੀਨ ਹੋ ਕੇ ਹਰ ਇੱਕ ਘੜੀ ਹਰ ਇੱਕ ਫਾਹੀ ਇਹਨੂੰ ਜੰਮਣ ਮਰਨ ਦੇ ਗੇੜ ਵਿੱਚ ਫਸਾਉਣ ਵਾਲਾ ਜਾਲ ਦਾ ਕੰਮ ਕਰਦੀ ਹੈ। ਜਾਲੀ ਰਹਿਣ ਜਾਲ ਦਿਨ ਪੂਆ, ਜੇਤੀ ਘੜੀ ਫਾਹੀ 33। ਪਰ ਬੰਦਾ ਇਸ ਜਾਲ ਵਿੱਚ ਫਸਿਆ ਹੋਇਆ, ਰਸ ਰਸ ਚੋਗ ਚੁੱਕੇ ਨਿਤ ਫਾਸੇ, ਝੂਠ ਸਮੂੜੇ ਕਮਨ ਗੁਣੀ। ਵਿਕਾਰਾਂ ਦੇ ਵਿੱਚੋਂ ਰਸ ਲੈਂਦਾ ਹੈ ਤੇ ਫਸਦਾ ਜਾਂਦਾ ਹੈ। ਫਿਰ ਕਹਿੰਦੇ, ਕਾਇਆ ਆਰਣ ਮਨ ਵਿੱਚ ਲੋਹਾ। ਇਹ ਜਿਹੜੀ ਕਾਇਆ ਹੈ, ਸਰੀਰ ਹੈ, ਇਹ ਲੋਹਾਰ ਦੀ ਭੱਟੀ ਬਣ ਕੇ ਰਹਿ ਜਾਂਦਾ ਹੈ, ਤੇ ਇਹਦੇ ਵਿੱਚ 5 ਵਿਕਾਰਾਂ ਦੀ ਅੱਗ ਵਲਦੀ ਹੈ, ਤੇ ਵਿਕਾਰਾਂ ਦੇ ਅਧੀਨ ਹੋ ਕੇ ਕੀਤੇ ਹੋਏ ਪਾਪ ਕੋਲਿਆਂ ਦਾ ਕੰਮ ਕਰਦੇ ਨੇ, ਤੇ ਮਨ ਜਿਹੜਾ ਹੈ ਲੋਹਾ, ਇਹ ਸੜਦਾ ਹੈ ਉਹਦੇ ਵਿੱਚ, ਤੇ ਚਿੰਤਾ ਰੂਪ ਸੰਨੀ ਇਹਨੂੰ ਪਲਟਾ ਪਲਟਾ ਕੇ ਸਾੜਦੀ ਹੈ। ਕਾਇਆ ਆਰਣ ਮਨ ਵਿੱਚ ਲੋਹਾ, 5 ਅਗਨ ਤਿਤ ਲਾਗ ਰਹੀ। ਕੋਇਲੇ ਪਾਪ ਪੜੇ ਤਸ ਉਪਰ, ਮਨ ਜਲਿਆ ਸੰਨੀ ਚਿੰਤ ਭਈ। ਕਹਿੰਦੇ ਨੇ, ਧੀਏ ਦਾ ਕੋਈ ਇਲਾਜ ਹੈ? ਕਹਿੰਦੇ, ਮਨੂਰ ਹੋਇਆ, ਸੜਿਆ ਭੁੱਜਿਆ ਲੋਹਾ ਲੋਹਾਰ ਚਲਾ ਕੇ ਬਾਹਰ ਮਾਰਦਾ ਹੈ। ਇਹ ਸੱਟ ਸਹਿਣ ਜੋਗਾ ਨਹੀਂ, ਇਹ ਹੁਣ ਬਣ ਨਹੀਂ ਸਕਦਾ, ਕੰਮ ਨਹੀਂ ਆ ਸਕਦਾ। ਪਰ ਗੁਰੂ ਐਸਾ ਨਹੀਂ ਕਰਦਾ। ਜਿਹੜਾ ਬੰਦਾ ਅੰਦਰੋਂ ਵਿਕਾਰਾਂ ਨਾਲ ਖੁਰਦਰਾ ਹੋ ਗਿਆ, ਮਨੂਰ ਹੋ ਗਿਆ, ਕਿਸੇ ਕੰਮ ਦਾ ਨਾ ਰਿਹਾ, ਗੁਰੂ ਉਹਨੂੰ ਗਲ ਨਾਲ ਲਾ ਲੈਂਦਾ ਹੈ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰੂ ਮਿਲੇ ਤਨੇਹਾ। ਏਕ ਨਾਮ ਅੰਮ੍ਰਿਤ ਉਹ ਦੇਵੇ, ਤੋ ਨਾਨਕ ਤ੍ਰਿਸ਼ਟ ਸਦਿਆ। ਉਹ ਨਾਮ ਅੰਮ੍ਰਿਤ ਦੀਆਂ ਬੂੰਦਾਂ ਪਾ ਕੇ ਉਸ ਮਨੂਰ ਲੋਹੇ ਨੂੰ ਕੰਚਨ ਵਰਗਾ ਸ਼ੁੱਧ ਬਣਾ ਦਿੰਦਾ ਹੈ, ਖਾਲਸ ਕਰ ਦਿੰਦਾ ਹੈ। ਕਹਿਣ ਲੱਗੇ, ਉਸ ਗੁਰੂ ਦੇ ਕੋਲ ਮੈਨੂੰ ਵੀ ਲੈ ਚੱਲ। ਫਿਰ
ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ, ਉਹ ਤੇ ਚੋਲਾ ਛੱਡ ਕੇ ਨੇ, ਉਹਨਾਂ ਦੀ ਜਗ੍ਹਾ ਤੁਹਾਡੇ ਸੰਬੰਧੀ ਮੇਰੇ ਪਿਤਾ ਗੁਰੂ ਅੰਗਦ ਦੇਵ ਜੀ ਵਿਰਾਜਮਾਨ ਨੇ। ਕਹਿਣ ਲੱਗੇ ਮੈਨੂੰ ਫਿਰ ਗੁਰੂ ਅੰਗਦ ਦੇਵ ਜੀ ਦੇ ਕੋਲ ਅੱਜ ਹੀ ਲੈ ਕੇ ਚੱਲ। ਮੈਂ ਬੜੀ ਮੁਸ਼ਕਲ ਸਾਰੀ ਰਾਤ ਕੱਟੀ ਹੈ, ਕਿਉਂਕਿ ਉਹਨਾਂ ਦੇ ਇਹ ਬਚਨ ਨੇ ਬਾਣੀ ਵਿੱਚੋਂ, ਜਦੋਂ ਗੁਰੂ ਬਣ ਜਾਂਦੇ ਨੇ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਈ, ਹਮ ਦੀਨ ਤੁਮ ਜੁਗ ਜੁਗ ਦਾਤੇ, ਸ਼ਬਦੇ ਦੇਹ 부ਝਾਈ ਹਰ ਜੀਓ, ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ। ਮਾਲਕ ਕਿਰਪਾ ਕਰ ਮੈਨੂੰ ਗੁਰੂ ਨਾਲ ਮਿਲਾ। ਕਹਿਣ ਲੱਗੇ ਅੱਜ ਹੀ ਚੱਲ। ਅੱਜ ਬੀਬੀ ਅਮਰੋ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਆਪਣੇ ਤਾਏ ਸਹੁਰੇ ਨੂੰ ਨਾਲ ਲੈ ਕੇ ਖਡੂਰ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ। ਤੇ ਜਦੋਂ ਪਹੁੰਚੇ ਨੇ ਤੇ ਪਹਿਲਾਂ ਆਪ ਅੰਦਰ ਗਏ ਨੇ ਵੀ ਪਿਤਾ ਜੀ ਵਿਸ਼ਰਾਮ ਦੀ ਹਾਲਤ ਵਿੱਚ ਨਾ ਹੋਣ। ਤੇ ਗਏ ਗੁਰੂ ਅੰਗਦ ਦੇਵ ਮਹਾਰਾਜ ਜੀ, ਕਹਿੰਦੇ ਮੇਰੀ ਧੀ ਰਾਣੀ ਆ ਗਈ ਹੈ। ਤੁਹਾਨੂੰ ਪਤਾ ਹੈ ਜਦੋਂ ਧੀ ਰਾਣੀ ਸਹੁਰੇ ਪਰਿਵਾਰ ਵਿੱਚੋਂ ਆਈ ਹੋਵੇ ਤੇ ਪਿਤਾ ਕਿਵੇਂ ਫਿਰ ਪਿਆਰ ਕਰਦਾ ਹੈ, ਕਿਵੇਂ ਉੱਠ ਕੇ ਮਿਲਦਾ ਹੈ। ਕਹਿਣ ਲੱਗੀ ਗਲ ਬੱਕੜੀ ਵਿੱਚ ਲਿਆ, ਪਿਆਰ ਕੀਤਾ। ਕਹਿਣ ਲੱਗੇ ਧੀਏ, ਜਿਹੜਾ ਗੁਰੂ ਦੀ ਭਾਲ ਵਿੱਚ ਆਇਆ ਹੈ ਉਹਨੂੰ ਫਿਰ ਬਾਹਰ ਛੱਡ ਆਈ ਹੈ, ਉਹਨੂੰ ਵੀ ਅੰਦਰ ਆਵਾਜ਼ ਮਾਰ ਲਾ। ਬਾਬਾ ਅਮਰਦਾਸ ਜੀ ਨੂੰ ਆਵਾਜ਼ ਮਾਰੀ। ਬਾਬਾ ਅਮਰਦਾਸ ਜੀ ਆਏ ਤੇ ਕਹਿੰਦੇ ਨੇ ਗੁਰੂ ਪਾਤਸ਼ਾਹ ਜੀ ਸਿੰਘਾਸਣ ਤੋਂ ਤੇ ਉੱਠੇ ਸਨ, ਅੱਗੋਂ ਹੋ ਕੇ ਮਿਲਣ ਲੱਗੇ। ਜਦੋਂ ਅੱਗੋਂ ਹੋ ਕੇ ਮਿਲਣ ਲੱਗੇ ਨਾ, ਗੁਰੂ ਪਾਤਸ਼ਾਹ ਜੀ ਨੇ ਆਪਣੀਆਂ ਬਾਹਾਂ ਖਿਲਾਰ ਦਿੱਤੀਆਂ ਵੀ ਮੇਰਾ ਕੁੜਮ ਆਇਆ ਹੈ। ਅਮਰਦਾਸ ਕੁੜਮ ਸੀ, ਉਮਰ ਤੋਂ ਵੀ ਵਡੇਰੇ ਸਨ, ਸਤਕਾਰ ਵਜੋਂ, ਰਿਸ਼ਤੇਦਾਰੀ ਵਜੋਂ, ਸੰਬੰਧਾਂ ਵਜੋਂ ਖੜੇ ਹੋਏ ਤੇ ਗਲਵਕੜੀ ਵਿੱਚ ਲੈਣ ਲੱਗੇ। ਦੂਰੋਂ ਹੀ ਬਾਬਾ ਅਮਰਦਾਸ ਜੀ ਨੇ ਕਹਿ ਦਿੱਤਾ, ਮੈਂ ਗਲਵਕੜੀ ਵਿੱਚ ਪੈਣ ਵਾਸਤੇ ਨਹੀਂ, ਮੈਂ ਤੇ ਤੁਹਾਡੇ ਚਰਨਾਂ ਤੇ ਸੀਸ ਨਿਵਾਉਣ ਵਾਸਤੇ ਆਇਆ। ਅੱਜ ਮੈਨੂੰ ਗਲਵਕੜੀ ਨਹੀਂ, ਅੱਜ ਤੁਹਾਡੇ ਚਰਨ ਚਾਹੀਦੇ ਨੇ। ਗਲਵਕੜੀ ਅਜੇ ਬਹੁਤ ਦੂਰ ਹੈ, ਅਜੇ ਮੈਨੂੰ ਚਰਨਾਂ ਦੇ ਵਿੱਚ ਸਮਰਪਿਤ ਹੋਣ ਦਿਓ। ਮੈਂ ਤੁਹਾਡਾ ਸਿੱਖ ਬਣਨ ਵਾਸਤੇ ਆਇਆ, ਮੈਂ ਸੰਬੰਧੀ ਬਣ ਕੇ ਤੁਹਾਨੂੰ ਮਿਲਣ ਨਹੀਂ ਆਇਆ। ਉਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਏ, ਨਮਸਕਾਰ ਕੀਤੀ, ਅੱਖਾਂ ਦੇ ਵਿੱਚ ਅਥਰੂ ਨੇ। ਗੁਰੂ ਜੀ ਮੇਰੀ ਝੋਲੀ ਵਿੱਚ ਸਿੱਖੀ ਦੀ ਦਾਤ ਪਾ ਦਿਓ, ਮੈਨੂੰ ਸਿੱਖ ਬਣਾ ਲਓ ਆਪਣਾ। ਭਟਕਦਾ ਰਿਹਾ ਅੱਜ ਤੱਕ, ਜੀਵਨ ਬਰਬਾਦ ਹੋ ਰਿਹਾ ਵਾ, ਮੈਨੂੰ ਆਪਣਾ ਸਿੱਖ ਬਣਾ ਲਓ। ਗੁਰੂ ਜੀ ਨੇ ਚੁੱਕਿਆ, ਸੀਨੇ ਨਾਲ ਲਾਇਆ। ਕਹਿਣ ਲੱਗੇ ਲੋ ਵੀ ਅੱਜ ਤੋਂ ਤੁਸੀਂ ਗੁਰੂ ਨਾਨਕ ਦੇ ਘਰ ਦੇ ਵਿੱਚ ਸਿੱਖ ਹੋ। ਗੁਰੂ ਦੀਖਿਆ ਲਈ। ਕਹਿਣ ਲੱਗੇ ਇੱਥੇ ਘਾਲਣਾ ਘਾਲਣੀ ਪੈਣੀ ਹੈ, ਇੱਥੇ ਸੇਵਾ ਕਰਨੀ ਪਏਗੀ। ਕਹਿਣ ਲੱਗੇ ਸੱਚੇ ਪਾਤਸ਼ਾਹ ਜਿਹੜੀ ਸੇਵਾ ਬਖਸ਼ੋਗੇ ਉਹ ਸੇਵਾ ਕਰਾਂਗਾ, ਆਪਣੇ ਸਰੀਰ ਦੀ ਪਰਵਾਹ ਨਹੀਂ ਮੈਂ ਕਰਦਾ, ਭਾਵਾਂ ਕਿ ਬਜ਼ੁਰਗੀ ਹਾਲਤ ਅਵਸਥਾ ਹੈ। ਕਹਿਣ ਲੱਗੇ ਫਿਰ ਇੱਕ ਕੰਮ ਕਰੋ, ਤੁਸੀਂ ਦਰਿਆ ਦੇ ਵਿੱਚੋਂ ਆ ਗਾਗਰ ਫੜੋ, ਆ ਭਰ ਕੇ ਲਿਆਉਣੀ ਹੈ ਸਵੇਰੇ, ਇਹਦੇ ਨਾਲ ਅਸੀਂ ਇਸ਼ਨਾਨ, ਤੁਹਾਡਾ ਲਿਆਂਦਾ ਹੋਇਆ ਜਲ ਉਹਦੇ ਨਾਲ ਅਸੀਂ ਇਸ਼ਨਾਨ ਕਰਿਆ ਕਰਨਾ ਹੈ। ਬੜੀ ਔਖੀ ਸੇਵਾ ਸੀ। ਅੰਮ੍ਰਿਤ ਵੇਲੇ ਉੱਠ ਕੇ ਪਾਣੀ ਭਰ ਕੇ ਲਿਆਉਣਾ ਪੈਣਾ ਸੀ ਤੇ ਬੜੇ ਚਾਅ ਦੇ ਨਾਲ ਉਹ ਗਾਗਰ ਫੜ ਲਈ। ਉਸ ਗਾਗਰ ਨੂੰ ਬੜੇ ਧਿਆਨ ਨਾਲ ਵੇਖਿਆ, ਖਾਲੀ ਗਾਗਰ ਹੈ, ਬੜੇ ਧਿਆਨ ਨਾਲ ਵੇਖਿਆ। ਸਮਝ ਆ ਗਈ ਕਿ ਗੁਰੂ ਨੇ ਗਾਗਰ ਕਿਉਂ ਫੜਾਈ ਹੈ, ਵੀ ਗਾਗਰ ਅੱਜ ਖਾਲੀ ਹੈ, ਕੱਲ ਨੂੰ ਸਵੇਰੇ ਇਹਨੂੰ ਭਰ ਕੇ ਲਿਆਵਾਂਗਾ, ਇਹਨੇ ਦਰਿਆ ਵਿੱਚ ਡੁਬਕੀ ਮਾਰਨੀ ਹੈ ਤੇ ਇਹਨੇ ਭਰਨਾ ਹੈ। ਭਰੀ ਹੋਈ ਗਾਗਰ ਇੱਥੇ ਆਉਣੀ ਹੈ ਤੇ ਮੈਂ ਵੀ ਇੱਕ ਖਾਲੀ ਗਾਗਰ ਹੀ ਹਾਂ, ਖਾਲੀ ਹਾਂ ਬਿਲਕੁਲ। ਅੱਜ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰ ਤੇ ਪਹੁੰਚਿਆ ਵਾਂ। ਗੁਰੂ ਮੇਰਾ ਸਾਗਰ ਹੈ, ਉਦੋਂ ਤੱਕ ਘਾਲਣਾ ਘਾਲਣੀਆਂ ਜਦੋਂ ਤੱਕ ਗਾਗਰ ਵਾਂਗੂ ਭਰ ਨਹੀਂ ਜਾਂਦਾ, ਸਾਗਰ ਦਾ ਰੂਪ ਨਹੀਂ ਹੋ ਜਾਂਦਾ। ਰੋਜ਼ਾਨਾ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਨੇ, ਗਾਗਰ ਭਰ ਕੇ ਜਲ ਦੀ ਲੈ ਕੇ ਆਉਂਦੇ ਨੇ। ਗੁਰੂ ਜੀ ਉਸ ਜਲ ਨਾਲ ਇਸ਼ਨਾਨ ਕਰਦੇ ਨੇ। ਫਿਰ ਗੁਰੂ ਕੇ ਉਸ ਦਰਬਾਰ ਦੇ ਵਿੱਚ ਰਹਿ ਕੇ ਗੁਰੂ ਦੀ ਬਾਣੀ ਨੂੰ ਸੁਣਦੇ ਨੇ, ਉਪਦੇਸ਼ਾਂ ਨੂੰ ਸੁਣ। ਕੇਵਲ ਤਨ ਦੀ ਸੇਵਾ ਨਹੀਂ, ਮਨ ਦੀ ਵੀ ਸੇਵਾ ਹੋ ਰਹੀ ਹੈ। ਜਿਹੜਾ ਕੇਵਲ ਤਨ ਦੀ ਸੇਵਾ ਤੱਕ ਸੀਮਤ ਰਹਿੰਦਾ ਹੈ ਨਾ, ਕਿਸੇ ਦੇ ਕਠੋਰ ਬਚਨ, ਕਿਸੇ ਦੇ ਕੌੜੇ ਬਚਨ ਨਹੀਂ ਬਰਦਾਸ਼ਤ ਕਰ ਪਾਉਂਦਾ, ਚਲਾ ਕੇ ਬਾਲਟੀਆਂ ਭਾਂਡੇ ਮਾਰ ਕੇ ਹੋ ਜਾਂਦਾ ਹੈ। ਦੂਜੀ ਗੱਲ, ਹੰਕਾਰ ਪੈਦਾ ਹੋ ਜਾਂਦਾ ਹੈ। ਇਹ ਸਾਰੀਆਂ ਅਵਸਥਾਵਾਂ ਦੇ ਵਿੱਚੋਂ ਬਾਬਾ ਅਮਰਦਾਸ ਜੀ ਗੁਜਰੇ ਨੇ।
क्योंकि लोगों ने आख्या करना ये बुढ़े वाले ये पुत्रां ने इनू घर दे विचों कढ़ दिता है, कुड़मां दे दर ते आ गया है, इत्थे सौखा लंगर सवेरे शाम मिल जाता है, थोड़ी बहुत सेवा करता है, हड रोलदा फिरदा है, रोटी दे 4 टुकड़ियां दे बदले बुढ़े वेरे अपने हड रोल रहा है। ये बचन लोगों ने कहने, अगों ये आखदिया करना भलियो मैं हड नहीं रुलदा पिया, रोटी दे 4 टुकड़ियां दे बदले मैं गुरु घर नहीं आया, मैं ते सेवा करके मैं अपना जीवन सवारना चाहुंदा वां कि मेरे गुरु अंगद देव महाराज जी मैं सेवा इस करके इस दर ते रह के कर रहा वां भी मैनू परमात्मा दे दर ते मूँह दिखोलण जोगा कर दें, मैं परमात्मा दे दर ते मैं सुरखरू हो जावां। ਇਹੋ ਜਿਹੇ ਬਚਨ ਸੁਣਨੇ ਪੈਂਦੇ ਸਨ। ਕਈ ਵਾਰੀ ਭਾਵਨਾ ਵਾਲੇ ਸਿੱਖ, ਬਾਬਾ ਵਡੇਰੀ ਤੇਰੀ ਉਮਰ ਹੈ, ਇੰਨੀ ਘਾਲਣਾ ਘਾਲਦਾ ਏ, ਗਾਗਰ ਚੁੱਕ ਕੇ ਲਿਆਉਣਾ ਏ, ਇਹ ਸੇਵਾ ਸਾਡੇ ਵਿੱਚੋਂ ਕਿਸੇ ਨੌਜਵਾਨ ਗੱਭਰੂ ਨੂੰ ਦੇ ਦੇ, ਤੂੰ ਜਥੇਦਾਰ ਬਣ ਕੇ ਸੇਵਾ ਕਰ, ਬੜੀ ਬਜ਼ੁਰਗੀ, ਬੜੀ ਤੇਰੀ ਉਮਰ ਵਡੇਰੀ ਹੋ ਚੁੱਕੀ, ਕਿਉਂਕਿ 70 ਸਾਲ ਹੋ ਚੁੱਕੇ ਸਨ ਗੁਰੂ ਦੇ ਦਰ ਤੇ ਰਹਿੰਦਿਆਂ, 10 ਸਾਲ ਲਗਾਤਾਰ ਹੋ ਚੁੱਕੇ ਸਨ ਸੇਵਾ ਕਰਦਿਆਂ ਹੋਇਆਂ, ਗਾਗਰ ਢੋਂਦਿਆਂ ਹੋਇਆਂ। तेरे पैर थिड़कते ने, किते डिग ना जाई, तू ये सेवा सानू दे दे, असी नौजवान आ कर लवांगे, तू जथेदार बन के हुक्म कर साडे उत्ते, सानू साडे कोल सेवा करा। कहन लगे नहीं, तुहानू कौन कहंदा मैं सेवा करदा, मैं सेवा करन दे लायक हां। ये ते गुरु अंगद देव महाराज जी आप ही अमृत वेले उठते ने, मेरे शरीर की वरतों करते ने, आप ही गागर हाथ विच फड़ाउंदे ने, आप ही बल बख्शदे ने, दरिया तो पानी भरवा के आप ही ले आउंदे ने, मैं ते कुछ करदा ही नहीं, मैं कुछ करन जोगा हाँ। इत्थे ओ अवस्था ते पहुंच गए ने, आप जपाए जपै सो नाऊं, आप गवाए सो हर गुण गाओ, अपना आपा मिट गया हुण। इस तरह लगभग 10-11 साल उन्हां नूं सेवा करदियां हो चुके ने। अंदर हुण भरना शुरू हो चुकिया वा। एक दिन की होया, रोजाना दी तरह वो गागर भर के लिया रहे सन, ते अज जदों गागर भर के वापस आ रहे सन, रस्ते विच एक खड्डी पैंदी, नाल ही जुलाई ते जुलाही दा घर है, पैर खड्डी विच पिया ते डिगे, वडेरा शरीर सी, गागर दे डिगण दी धोए ते आवाज आई, पर गागर नूं पूरी तरह जमीन ते उलटन नहीं दिता, पानी थोड़ा जिहा उछल के बाहर डिग्या, संभाल लिया, अपने आप नूं संभालिया ते तुर पै। खड़ाक बहुत तेज नाल होया, जोर नाल खड़ाक होया। जुलाहा अबड़ वाले उठिया है ते कहण लगा, भागवाने अपनी इस्त्री नूं पुछदा है कि बाहर कोई डिग्गा लगदा है। खड़ाक बड़े जोर दी होया, किसी मनुख दे डिगण दी आवाज आई है। ते ओ जुलाही जेड़ी सी, जिन्हों नींद प्यारी सी, उस वक्त कहण लगी, ओही अमरू नथावा होवेगा, जिन्हों ना दिने चैन, ना रात नूं चैन, ना आप सौंदा, ना दूजियां नूं सौण दिंदा, भटकदा फिरदा है, वो अमरू नथावा होना। ये बोल बाबा अमरदास जी दे कन्नां दे विच पै गए। सहज सुभाए कह दिता, कमलिए अगे तां मैं अमरू नथावा सां, जदों तक मैं गुरु अंगद देव महाराज जी दे नाल नहीं सी जुड़िया, हुण ते मेरे सिर दे साईं गुरु अंगद देव जी ने, मैं गुरु अंगद देव महाराज जी दा सिख हां, मेरे मालक मेरे गुरु अंगद देव महाराज जी ने मैनूं अमरू नथावा ना कहे। इन्ने बचन कह के बाबा अमरदास जी ते आ गए खडूर साहब, अपनी सेवा दे विच जुट गए। उधरों जिहड़ी जुलाई सी वो कमली हो गई। वो जुलाया अपनी जुलाई पत्नी नूं लै करके वो रोंदा होया, कुरलांदा होया गुरु अंगद देव महाराज जी के दरबार विच पहुंचिया। गुरु अंगद देव जी नूं हाथ जोड़ के कहंदा, सच्चे पातशाह अपने सिखां दी रसना ते निवास करन वालिया सारी घटना दसी भी आ उत्थे वापरिया। तुहाडा एक सेवक बाबा अमरदास जो डिग पिया सी, खड़ाक होया, मैं अपनी पत्नी तो पूछया, इहदे अंदरों ये बचन निकल गए, अमरू नथावा होना वा, ते तेरे इस सिख दे रसना तो केवल इन्ना बचन निकलिया भी हुण मैं अमरू नथावा नहीं आ कमलिए, हुण ते मैं गुरु वाला वा। ये बचन इहदे कन्नां विच पए, उदों ही एक कमली हो गई। अपनी रसना ते निवास करन वालिया, अपने सिखां दे रसना ते निवास करन वालिया, मेरी इस पत्नी की गुस्ताखी हुई है,
इन्हें माड़ा बोल बोलिया है, पर तू बख्शनहार है, मेरी इस पत्नी नूं बख्श लै, इहदा झलपना दूर कर। गुरु पातशाह जी ने कृपा की, उहदा झलपना दूर किया ते नाल हिदायत दी, अपनी रसना तो किसी नूं भी माड़ा बोल ना बोलीए। खास करके जिहड़े भगती दे राह ते तुरन वाले ने, जिहड़े गुरमुख जन ने, उन्हां नूं ते कदे भी ना फिक्का बोल बोलीए। फिर बाबा अमरदास जी नूं बुलाया, कहण लगे अमरदास अज ते तुसी डिग के उठे हो, मैनूं इन्हां ने दस्सिया। कहण लगे जिहड़ा डिग के उठ जाए वो सूरमा हुंदा है। आ गुरु के सिखा, आ बाबा अमरदास तेरी मैं ड्यूटी ही ला दियां, तेनों मैं गुरु नानक दे संघासण दा मालक बना दियां। अज तू डिग के उठिया वा, तू जिहड़े डिगे होए ने उन्हां नूं बाहों फड़ के उठाई जा। कोई काम दी खड्ड विच डिग गया, कोई लोभ मोह हंकार दी खड्ड विच डिग गया, कोई निंदिया चुगली ईरखा बेईमानी रिश्वत खोरी दी खड्ड विच डिग गया। पता नहीं कितनियां खड्डां ने जिहदे विच डिग के इंसान अपनी जिंदगी बर्बाद कर लैंदा है। आह बाहों फड़ फड़ के उठाई जा। उसे दिन कहते अज तक तू मैनू इशनान कराउंदा रहा, अज मैं अपने हथी तेनों इशनान करावांगा, क्योंकि सा सेवा कीती सफल है। जित सतगुर का मन मन्ने, जां सतगुर का मन मन्निया तां पाप कसंबल भन्ने। कहते ने गुरु उदों प्रसन्न हुंदा है जदों कीती हुई सेवा ते गुरु रीझ जाए। ते गुरु प्रसन्न कदों हुंदा है? उदों सेवा करन वाले दे अंदरों द्वेष भाव, पाप, माड़ी बिरती, ये सारा कुछ खत्म हो जाता है। उदों सेवादार दे अंदर गुरु आके बैठ जाता, टिक जाता है। ते अज बाबा अमरदास जी नूं सिंघासणां ते उत्ते बिठा दिता गया, गुरु जोत दे मालक बना दिता गया। 62 साल की उम्र तो एक घालना शुरू की सी, 72 साल की उम्र तक एक घालना सफल हुई। 72 साल की उम्र दे विच बाबा अमरदास अमरू निथावां जिन्हों कहते सन, वो निमाणियां दा मान, निताणियां दा ताण, नियोटियां दी ओट, नियास्त्रियां दा आसरा, निगत्तियां दी गत, निपत्तियां दी पत बन गया, सिंघासणां दा मालक बन गया। वो वक्त सी जदों ਉਹਦੇ ਹੱਥ ਦੇ ਵਿੱਚੋਂ ਇੱਕ ਬ੍ਰਹਮਚਾਰੀ ਨੇ ਗਲਾਸ ਪਾਣੀ ਦਾ ਫੜਿਆ ਤੇ ਪੀਣ ਤੋਂ ਇਨਕਾਰ ਕਰ ਦਿੱਤਾ। ਕਹਿ ਦਿੱਤਾ ਤੂੰ ਤੇ ਪਾਣੀ ਪਿਲਾਉਣ ਜੋਗਾ ਵੀ ਨਹੀਂ ਹੋਇਆ, ਤੇਰੇ ਹੱਥ ਇੰਨੇ ਅਪਵਿੱਤਰ ਨੇ, ਤੂੰ ਤੇ ਨਿਗਰਾ ਬੰਦਾ ਏ। ਅੱਜ ਉਹ ਗੁਰੂ ਭਾਵਾਂ ਕਿ ਜਿਤਨੀ ਮਰਜ਼ੀ ਬਾਣੀ ਪੜ੍ਹੀ ਜਾਵੇ, ਕਿਸੇ ਸਮਾਗਮ ਵਿੱਚ, ਕੀਰਤਨ ਦੇ ਵਿੱਚ, ਦਰਬਾਰ ਦੇ ਵਿੱਚ, ਜਦੋਂ ਤੱਕ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਨਹੀਂ ਨਾ ਪੜ੍ਹੀ ਜਾਂਦੀ 6 ਪੌੜੀਆਂ, ਉਦੋਂ ਤੱਕ ਪ੍ਰਸ਼ਾਦ ਨਹੀਂ ਜੇ ਵਰਤਦਾ। ਜਿਹਦੇ ਹੱਥਾਂ ਤੋਂ ਕੋਈ ਪਾਣੀ ਪੀਣ ਨੂੰ ਤਿਆਰ ਨਹੀਂ ਸੀ, ਉਹਦੀ ਬਾਣੀ ਪੜ੍ਹ ਕੇ ਹੀ ਅੱਜ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ ਏ। ਉਹ ਇੰਨੇ ਪਵਿੱਤਰ ਹੋ ਗਏ। ਤੇ ਭੱਟ ਸਾਹਿਬਾਨਾਂ ਦਾ ਇੱਕ ਬਚਨ ਕਹਿ ਕੇ ਮੈਂ ਸਮਾਪਤੀ ਕਰਦੇ ਹਾਂ। ਕਹਿੰਦੇ ਗੁਰੂ ਅਮਰਦਾਸ ਪਰਸੀਏ ਪੁੰਮ ਪਾਤਕ ਬਿਨਾਸੈ। ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪਰਸਨ ਦੇ ਨਾਲ ਧਰਤੀ ਤੇ ਜੀਵਾਂ ਦੇ ਪਾਪ ਕੱਟੇ ਜਾਂਦੇ ਨੇ, ਪਰਸਨ ਵਾਲੇ ਸ਼ੁੱਧ ਤੇ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਨੇ। ਗੁਰ ਅਮਰਦਾਸ ਪਰਸੀਏ ਪੁੰਮ ਪਾਤਕ ਬਿਨਾਸੈ। ਗੁਰੂ ਅਮਰਦਾਸ ਪਰਸੀਏ ਸਿੱਧ ਸਾਧਕਿਆ ਸਾਸੈ। ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਦੇ ਉਹਨਾਂ ਦਾ ਪਰਸਨ ਸਿੱਧ ਜੋਗੀ ਲੋਕ ਵੀ ਲੋਚਦੇ ਨੇ ਕਿ ਸਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਦਾ ਕਿਤੇ ਚਰਨ ਸਪਰਸ਼ ਕਿਤੇ ਪ੍ਰਾਪਤ ਹੋ ਜਾਏ, ਚਰਨ ਛੋਹ ਪ੍ਰਾਪਤ ਹੋ ਜਾਏ। ਗੁਰ ਅਮਰਦਾਸ ਪਰਸੀਏ ਧਿਆਨ ਲਾਈਏ ਭਉ ਮੁਕੈ। ਜਿਹੜਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦਾ, ਗੁਰੂ ਸ਼ਬਦ ਬਾਣੀ ਦਾ ਧਿਆਨ ਧਰਦਾ ਹੈ, ਕਹਿੰਦੇ ਨੇ ਉਹਦੇ ਅੰਦਰੋਂ ਜੰਮਣ ਮਰਨ ਦਾ ਭਉ ਖਤਮ ਹੋ ਜਾਂਦਾ ਹੈ, ਮੌਤ ਦਾ ਸਹਿਮ ਕੱਟਿਆ ਜਾਂਦਾ ਹੈ। ਗੁਰੂ ਅਮਰਦਾਸ ਪਰਸੀਏ ਅਬੋ ਲੱਭੇ ਗਉ ਚੁਕੇ। ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪਰਸਨ ਦੇ ਨਾਲ, ਭਾਵ ਉਹਨਾਂ ਦੇ ਉਪਦੇਸ਼ ਸਿੱਖਿਆ ਨਾਲ ਜੁੜਨ ਦੇ ਨਾਲ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੁੰਦੀ ਹੈ। ਤੇ ਕਹਿੰਦੇ ਨੇ ਜਿਹੜਾ ਜਮਾਂ ਦੀ ਮਾਰ ਦਾ ਰਸਤਾ ਉਹ ਕੱਟਿਆ ਜਾਂਦਾ ਹੈ, ਰੱਬ ਦੇ ਘਰ ਦਾ ਰਸਤਾ ਪ੍ਰਾਪਤ ਹੋ ਜਾਂਦਾ ਹੈ। ਸੋ ਇਹ ਹੈ ਗੁਰੂ ਅਮਰਦਾਸ ਮਹਾਰਾਜ ਜੀ ਦੀ ਮਹਿਮਾ, ਉਹਨਾਂ ਦੀ ਗਾਥਾ, ਜੋ ਵਡੇਰੀ ਉਮਰ ਦੇ ਵਿੱਚ ਆ ਕੇ ਗੁਰੂ ਦੀਖਿਆ ਪ੍ਰਾਪਤ ਕਰਦੇ ਨੇ ਤੇ ਜਿਨ੍ਹਾਂ ਨੇ ਘਾਲਣਾ ਘਾਲ ਕੇ ਗੁਰੂ ਜੀ ਨੂੰ ਪ੍ਰਸੰਨ ਕੀਤਾ।
ਵੀ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਐ। ਉਹਨਾਂ ਨੇ ਗੁਰੂ ਨੂੰ ਵੀ ਪਾ ਲਿਆ, ਪਦਵੀ ਨੂੰ ਵੀ ਪਾ ਲਿਆ ਤੇ ਪਰਮੇਸ਼ਰ ਨੂੰ ਵੀ ਪਾ ਲਿਆ। ਉਹਨਾਂ ਦੀ ਆਪਾਂ ਗਾਥਾ, ਉਹਨਾਂ ਦੇ ਗੀਤ ਗਾ ਰਹੇ ਸਾਂ, ਉਹਨਾਂ ਦੀ ਬਾਣੀ ਨੂੰ ਪੜ੍ਹੀਏ, ਉਹਨਾਂ ਦੇ ਉਪਦੇਸ਼ਾਂ ਨੂੰ ਪੜ੍ਹੀਏ ਤੇ ਉਹਨਾਂ ਦੇ ਜੀਵਨ ਵਿੱਚੋਂ ਇੱਕ ਸਿੱਧ ਮਿਲਦੀ ਹੈ ਵੀ ਨਿਗਰਾ ਬੰਦਾ ਉਹ ਜੰਮਣ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਨਿਗਰਾ ਬੰਦਾ ਆਪਣਾ ਜੀਵਨ ਵਿਅਰਥ ਗਵਾ ਕੇ ਚਲਿਆ ਜਾਂਦਾ ਹੈ। ਇਸ ਕਰਕੇ ਜੇ ਜੀਵਨ ਨੂੰ ਸਫਲ ਕਰਨਾ, ਜੀਵਨ ਦੀ ਬਾਜੀ ਜਿੱਤਣੀ ਹੈ ਤੇ ਗੁਰੂ ਦੇ ਚਰਨਾਂ ਵਿੱਚ ਝੁਕ ਜਾਈਏ, ਗੁਰੂ ਵਾਲੇ ਬਣ ਜਾਈਏ, ਗੁਰੂ ਤੋਂ ਮੰਤਰ ਲੈ ਲਈਏ। ਅੱਜ ਵਿਧਾਨ ਜਿਹੜਾ ਹੈ ਪੰਜਾਂ ਪਿਆਰਿਆਂ ਦੇ ਕੋਲ ਜਾ ਕਰਕੇ ਖੰਡੇ ਬਾਟੇ ਦੀ ਪੌੜ ਛਕਣੀ, ਰਹਿਤਾਂ ਬਹਿਤਾਂ ਇਹ ਪੰਜ ਕਕਾਰੀ ਵਰਦੀ ਪਹਿਨਣੀ, ਰਹਿਤਾਂ ਬਹਿਤਾਂ ਦ੍ਰਿੜ ਕਰਨੀਆਂ, ਉਹਨਾਂ ਦੇ ਮੁਤਾਬਕ ਜੀਵਨ ਜਿਉਣਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋਣਾ, ਇਹ ਅੱਜ ਵਿਧਾਨ ਹੈ। ਸੋ ਆਪਾਂ ਵੀ ਇਸ ਮਰਿਆਦਾ, ਇਹ ਗੁਰੂ ਦੇਖਿਆ, ਗੁਰ ਮੰਤਰ, ਇਹ ਗੁਰਸਿੱਖੀ, ਇਹਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰੀਏ। ਨਹੀਂ ਤੇ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇਂ ਮੁਕਤ ਨਾ ਹੋਰ ਤੇ ਕੋਈ ਪੁੱਛੋ, ਵਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ। ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ। ਸਤਿਗੁਰ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਸੋ ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਭੁੱਲ ਗਲਤੀ ਦੀ ਖੇਮਾ ਪ੍ਰਵਾਨੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।